सत श्री अकाल, नमस्कार, आदाब। मैं हाँ बलिंदर सिंह बिरमानी प्रोग्राम नजरिया लैके एक बार फिर तुहाडे सब दे सामने हाजिर हाँ। पंजाबियों विच विदेश जाने की इच्छा काफी ज्यादा विखी जाती है। जी हाँ, इसलिए वो विदेश जाने लई काफी उतावले भी रहते हैं। हमेशा लोगों को कहा जाता है कि विदेश जाने लई सही ਅਤੇ फिर सरकार तो लाइसेंस प्राप्त एजेंटा राही ही अपनी फाइल लगवाओ ਜਾਂ फिर खुद ही वीजा अप्लाई करो ਤਾਂ ਜੋ ਕੋਈ ਵੀ ਤੁਹਾਡੀ ਮਜਬੂਰੀ ਦਾ ਫਾਇਦਾ ਨਾ ਚੁੱਕ ਸਕੇ। जेकर पंजाब की गल करिए तो सरकार को लगभग 2000 ट्रैवल एजेंटा ही लाइसेंस शुदा ने, पर कई गैर कानूनी ट्रैवल एजेंटा ने अपने दफ्तर खोल रखे ने जो कि भोले भाले लोगों को विदेश भेजण के नाते अपने झांसे विच लै गए उन्होंने सिर्फ ठगण का ही काम करते हैं। इस तो इलावा लोगों को फर्जी ट्रैवल एजेंट कई सब्ज बाग भी विखाते हैं और फिर लाखों रुपए लैके उन्होंने कई अजिहियां थावां ते भेज देंदे ने जिथे जिंदगी नरक तो भी ज्यादा बदतर हो जाती है और फिर लोगों को अपने घर वापस आने लई सरकारां दा सहारा लेना पैंदा है। पर सरकार भी तां ही मदद कर पाउंदी है जेकर सरकार तक सही तरीके नाल पहुंच की जा सके। कुछ 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 अजिहियां जथेबंदियां मौजूद ने जो कि इन्हां विदेशां विच फसे बेबस लोगों को वापस अपने वतन लियाउण लई जी तो कोशिशां कर रही है ਅਤੇ कई लोगों को वापस अपने परिवार नाल मिलाया भी गया। अजिही एक संस्था चलाई जा रही है कैनेडा तो। जी हाँ, जिसका नाम है हरनेक रंधावा हेल्पलाइन कैनेडा, जिस नाल जुड़े लोग अपनी अणथक कोशिशों सदका पिछले कई सालों तो सऊदी अरेबिया वर्गे कई मुल्कों तो कई नौजवान जिन्हां विच वड्डी गिनती औरतां दी है उन्होंने अपने परिवार नाल मिलाउण विच सफल रहे ने। ਜਿਹੜੇ ਲੋਕ ਇਹਨਾਂ ਮੁਲਕਾਂ ਵਿੱਚ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਰੋਜ਼ਗਾਰ ਦੀ ਖੋਜ ਵਿੱਚ ਚਾਹੁੰਦੇ ਨੇ ਅਤੇ ਫਿਰ ਉੱਥੇ ਜਾ ਕੇ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਤਸੀਹੇ ਸਹਿਣੇ ਪੈਂਦੇ ਨੇ, ਇਹ ਜਾਣ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ। ਕੁਝ ਅਜਿਹੇ ਹੀ ਤਸੀਹਿਆਂ ਤੋਂ ਬਚ ਕੇ ਆਪਣੇ ਵਤਨ ਪਰਤੀਆਂ ਮਹਿਲਾਵਾਂ ਅੱਜ ਮੇਰੇ ਨਾਲ ਪ੍ਰੋਗਰਾਮ ਵਿੱਚ ਨਜ਼ਰੀਆ ਵਿੱਚ ਮੌਜੂਦ ਨੇ। ਜੀ ਹਾਂ, ਕਮਲਜੀਤ ਕੌਰ ਜੀ ਜੋ ਕਿ ਮਸਕਟ ਤੋਂ ਵਾਪਸ ਆਪਣੇ ਮੁਲਕ ਪਰਤੇ ਨੇ। ਜਦ हेल्पलाइन कैनेडा के नुमाइंदे परमपाल सिंह भी साडे नाल इस प्रोग्राम विच मौजूद ने। सो परमपाल सिंह जी और कमलजीत कौर जी बहुत बहुत स्वागत है साडे इस खास प्रोग्राम विच। सब तो पहला तो कमलजीत कौर जी तुहाडे तो जानना चाहांगे कि तुहानू ट्रैवल एजेंट ने किस तरह मस्कट भेजा ਅਤੇ ਉੱਥੇ ਜਾ ਕੇ किस तरह तुहानू ਕਿਹੜੇ-ਕਿਹੜੇ तसीहे सहने पए। तुहाडी ਇਹ ਜਿਹੜੀ तसीहियां भरी कहानी है मैं जरूर अपने दर्शकों तक पहुंचाना चाहांगा, जरूर सानू दसो। ਤੇ ਮੈਨੂੰ ਮੇਰੀ ਏਜੰਟ ਨੇ ਬੜੇ ਧੋਖੇ ਨਾਲ ਮੈਨੂੰ ਇੰਡੀਆ ਤੋਂ ਮਸਕਟ ਭੇਜਿਆ। ਮੈਥੋਂ ਮੇਰੇ ਘਰ ਆ ਕੇ ਪੈਸੇ ਤੇ ਲੈ ਲਏ। जी, ਤੁਹਾਨੂੰ ਮੇਰੇ पूरी ਤੋਂ पूरी 70 गल हज़ार सी और किस तरह मस्कट गए सी और ਕਿਹੜੇ ट्रैवल एजेंट ਦੇ ਹੱਥੋਂ ਤੁਸੀਂ ਮਸਕਟ ਭੇਜੇ ਗਏ। ਮੇਰੇ ਏਜੰਟ ਦਾ ਨਾਮ ਹੈਗਾ ਹੈ ਰਮਨਦੀਪ ਕੌਰ, ਪਤਨੀ ਸਾਹਿਬ ਜਗਤਾਰ ਸਿੰਘ, ਪਿੰਡ ਮਾਣੂ ਤੇ ਗਿੱਲ। जी, ਇਹਨਾਂ ਨੇ ਮੈਨੂੰ ਮਾਸਕਟ ਧੋਖੇ ਨਾਲ ਭੇਜ ਦਿੱਤਾ ਏ। ਮੈਨੂੰ ਕਹਿ ਰਹੇ ਸੀ ਕਿ ਤੁਹਾਡਾ ਕੰਮ ਹੋਊਗਾ ਹੌਸਪੀਟਲ ਦਾ ਕੰਮ ਹੋਊਗਾ, 12 ਘੰਟੇ ਡਿਊਟੀ ਹੋਊਗੀ, ਸੌਰੀ 6 ਘੰਟੇ ਡਿਊਟੀ ਹੋਊਗੀ ਤੇ ਸੈਚਰਡੇ ਸ਼ਨੀਵਾਰ ਛੁੱਟੀ ਹੋਏਗੀ। ਤੇ जी, ਉੱਥੇ ਇਹੋ ਜਿਹਾ ਕੋਈ ਕੰਮ ਨਹੀਂ ਸੀਗਾ। ਸਾਨੂੰ ਉੱਥੇ ਜਾ ਕੇ ਬੜੇ ਹੀ ਤਸੀਹੇ ਝੱਲਣੇ ਪਏ। ਸਾਨੂੰ ਉੱਥੇ ਗਲਤ ਕੰਮ ਦੇ ਵਿੱਚ ਸਾਨੂੰ ਭੇਜਿਆ ਗਿਆ ਏ। ਸਾਡੇ ਤੋਂ ਪੈਸੇ ਵੀ जी। ਇਹਨਾਂ ਨੇ ਕਾਫੀ ਲਏ ਆ। 1,20,000 ਰੁਪਇਆ ਵੀ ਲਿਆ ਵਾ। ਜਦੋਂ ਮੰਨ ਕੇ ਚਲੋ ਵਿਖਾਈ ਮੈਂ ਗਏ ਉੱਥੇ ਕਿਸ ਤਰ੍ਹਾਂ ਦਾ ਤੁਹਾਨੂੰ ਕਿਸ ਤਰ੍ਹਾਂ ਦੇ ਪ੍ਰੋਮਿਸਸ ਕੀਤੇ ਗਏ ਸੀ, ਤੁਹਾਨੂੰ ਕੀ ਵਾਅਦੇ ਕੀਤੇ ਗਏ ਸੀ ਕਿ ਤੁਹਾਨੂੰ ਜਦੋਂ ਮਸਕਟ ਲਿਜਾਇਆ ਜਾਏਗਾ ਉੱਥੇ ਕਿਸ ਤਰ੍ਹਾਂ ਦੀ ਨੌਕਰੀ ਮਿਲੇਗੀ, ਕਿੰਨੀ ਤਨਖਾਹ ਮਿਲੇਗੀ, ਇਹ ਵੀ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ। ਪੂਰੀ ਤਫਸੀਲ ਨਾਲ ਦੱਸੋ ਸਾਨੂੰ। ਹਾਂਜੀ ਸਰ, ਸਾਨੂੰ ਇੱਥੋਂ ਇੰਡੀਆ ਤੋਂ ਉਹਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਤੁਹਾਨੂੰ ਮਾਸਕਟ ਭੇਜਣ ਦੇ ਵਿੱਚ ਵੀ ਤੁਹਾਨੂੰ 12 ਘੰਟੇ ਡਿਊਟੀ ਹੋਊਗੀ, ਹੌਸਪੀਟਲ ਦਾ ਕੰਮ ਹੋਊਗਾ ਤੇ ਮੈਂ ਦੂਸਰਾ ਵੀ 35,000 ਰੁਪਇਆ ਪੇਮੈਂਟ ਤਨਖਾਹ ਮਿਲੂਗੀ ਤੁਹਾਨੂੰ। ਪਰ ਉੱਥੇ ਇਹੋ ਜਿਹਾ ਕੁਛ ਨਹੀਂ ਸੀਗਾ। ਸਾਨੂੰ ਇੱਥੋਂ ਇਹਨਾਂ ਨੇ ਭੇਜਤਾ, ਭੇਜ ਕੇ ਉੱਥੇ ਘਰਾਂ ਦੇ ਵਿੱਚ ਝਾੜੂ ਪੋਚਾ ਲਾਇਆ, ਝੂਠੇ ਬਰਤਨ ਮਾਂਜੇ ਤੇ ਦੂਸਰਾ 18,000 ਰੁਪਇਆ ਤਨਖਾਹ ਦੇ ਰਹੇ ਸੀ। ਉਹਦੇ ਵਿੱਚੋਂ ਅਸੀਂ ਕੁਛ ਆਪਣਾ ਖਰਚਾ ਵੀ ਕੱਢ ਰਹੀਆਂ ਸੀ ਉੱਥੇ। ਤੇ ਸਾਨੂੰ ਕਹਿ ਰਹੇ ਸੀ ਕਿ ਤੁਹਾਡੀ 35,000 ਰੁਪਇਆ ਤਨਖਾਹ ਹੋਊਗੀ, ਪਰ ਉੱਥੇ ਕੁਛ ਨਹੀਂ ਸੀ ਇਹੋ ਜਿਹਾ। ਜਦੋਂ ਮੈਂ ਉੱਥੇ ਬਿਮਾਰ ਹੋਈ ਬਹੁਤ ਜ਼ਿਆਦਾ, ਮੈਂ ਇਹਨੂੰ ਕਿਹਾ ਵੀ ਮੈਨੂੰ ਦਵਾਈ ਬੂਟੀ ਵੀ ਮਿਲਣੀ ਚਾਹੀਦੀ ਆ। ਮੈਨੂੰ ਘਰਦਿਆਂ ਤੋਂ ਬਹੁਤ ਟਾਰਚਰ ਕਰਵਾਇਆ ਇਹਨੇ ਵੀ ਇਹਨੂੰ ਧੱਕੇ ਨਾਲ ਕੰਮ ਕਰਵਾਓ। ਮੈਨੂੰ ਸਿਰਫ 24 ਘੰਟੇ ਦੇ ਵਿੱਚ ਸਿਰਫ 2 ਘੰਟੇ ਸੌਣ ਲਈ ਮਿਲਦੇ ਸੀਗੇ,
ਕਿਉਂਕਿ ਮੇਰੀ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਵੀ ਮੈਂ ਕੰਮ ਨਹੀਂ ਕਰ ਸਕਦੀ ਸੀ। ਮੈਂ 3 ਮਹੀਨੇ ਕੰਮ ਕੀਤਾ, 3 ਮਹੀਨੇ ਮੈਂ ਵੀ ਬਹੁਤ ਜ਼ਿਆਦਾ ਬਿਮਾਰ ਹੋਈ ਤਾਂ ਮੈਨੂੰ ਇਹਨਾਂ ਨੇ ਦਫ਼ਤਰ ਵਿੱਚ ਬੰਦ ਹੀ ਰੱਖਿਆ। ਫਿਰ ਇਹਨੇ ਵੀ ਜਿਹੜੇ ਮੈਨੂੰ ਏਜੰਟਾਂ ਰਾਹੀਂ ਭੇਜਿਆ, ਇਹਨੇ ਪਹਿਲੇ 3 ਜਗ੍ਹਾ ਤੇ ਮੈਨੂੰ ਮੇਰਾ ਵਪਾਰ ਕੀਤਾ ਇਹਨਾਂ ਨੇ। ਮੈਂ ਕਿਹਾ ਵੀ ਮੇਰੇ ਕੋਲ ਇੱਥੇ ਜਾ ਕੰਮ ਨਹੀਂ ਹੁੰਦਾ ਗਾ, ਉਹਨੇ ਮੈਨੂੰ ਹੋਰ ਦਫ਼ਤਰ 'ਚ ਭੇਜ ਦਿੱਤਾ। ਉਹਨਾਂ ਤੋਂ ਇਹਨੇ ਪੇਮੈਂਟ ਲੈ ਲਈ ਤੇ ਫਿਰ ਉਹਨਾਂ ਨੇ ਮੈਨੂੰ ਅੱਗੇ ਕਰ ਦਿੱਤਾ। ਮੈਂ ਕਿਹਾ ਵੀ ਮੇਰੇ ਤੋਂ ਕੰਮ ਨਹੀਂ ਹੁੰਦਾ, ਵੀ ਮੈਂ ਇੰਡੀਆ ਵਾਪਸ ਜਾਣਾ ਚਾਹੁੰਦੀ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਤੇਰੇ ਏਜੰਟ ਨੂੰ ਪੈਸੇ ਦਿੱਤੇ ਆ, ਠੀਕ ਹੈ, ਹੂੰ ਪੈਸੇ ਦਿੱਤੇ ਆ, ਏਦਾਂ ਕਹਿ ਕੇ ਵੀ ਕਹਿ ਰਹੇ ਵੀ ਹੁਣ ਤਾਂ ਤੁਹਾਨੂੰ ਕੰਮ ਕਰਨਾ ਹੀ ਪੈਣਾ। ਅਸੀਂ ਕਿਹਾ ਵੀ ਅਸੀਂ ਕੰਮ ਨਹੀਂ ਕਰਨਾ, ਵੀ ਸਾਨੂੰ ਉਸਨੇ ਕਿਹਾ ਸੀ ਵੀ ਹਸਪੀਟਲ ਦਾ ਕੰਮ ਹੋਊਗਾ, ਪਰ ਸਾਡੇ ਤੋਂ ਕੰਮ ਵੀ ਏਦਾਂ ਦਾ ਹਸਪੀਟਲ ਦਾ ਕੋਈ ਨਹੀਂ ਸੀਗਾ। ਘਰਾਂ ਦੇ ਝਾੜੂ ਪੋਚੇ ਜਦੋਂ ਨਹੀਂ ਸਾਡੇ ਤੋਂ ਕੰਮ ਹੁੰਦਾ ਸੀ ਤਾਂ ਇਹ ਉੱਥੇ ਦਫ਼ਤਰ ਦੇ ਵਿੱਚ ਫੋਨ ਲਾ ਦਿੰਦੀ ਸੀ। ਇਹਨਾਂ ਨੂੰ ਟੌਰਚਰ ਵੀ ਸਾਨੂੰ ਬਹੁਤ ਜ਼ਿਆਦਾ ਕਰਦੇ ਸੀਗੇ ਵੀ ਇਹਨਾਂ ਨੂੰ ਕੁੱਟੋ ਮਾਰੋ ਤੇ ਕੰਮ ਤੇ ਲਾਓ। ਇਹਨਾਂ ਨੂੰ ਸਾਨੂੰ ਫੋਨ ਵੀ ਨਹੀਂ ਸੀ ਕਰਨ ਦਿੰਦੀ ਘਰੇ, ਤੇ ਖਾਣਾ ਵੀ ਸਾਨੂੰ ਸਿਰਫ ਇੱਕ ਟਾਈਮ ਹੀ ਦਿੰਦੇ ਸੀ, ਉਹ ਵੀ ਚੌਲ ਤੇ ਮੀਟ। ਕੋਈ ਮੀਟ ਅਸੀਂ ਖਾਂਦੇ ਨਹੀਂ ਸੀਗੇ ਕਿਉਂਕਿ ਅਸੀਂ ਸਿੱਖ ਧਾਰੀ ਹੈਗੇ ਆ, ਅਸੀਂ ਗੁਰਦੁਆਰੇ ਜਾਂਦੇ ਆ। ਮੇਰੇ ਹਸਬੈਂਡ ਵੀ ਸਿੱਖ ਧਾਰੀ ਆ, ਮੇਰੇ ਬੱਚੇ ਵੀ। ਪਰ ਸਾਨੂੰ ਮੈਂ ਕਿਹਾ ਵੀ ਮੈਂ ਸਿੱਖ ਧਾਰੀ ਆ, ਮੈਂ ਕੰਮ ਨਹੀਂ ਕਰਨਾ ਏਦਾਂ ਦਾ ਮੀਟ ਵਗੈਰੇ ਦਾ। ਮੈਨੂੰ ਕਹਿੰਦੀ ਤੂੰ ਕਹਿ ਦੇ ਵੀ ਮੈਂ ਮੁਸਲਮਾਨ ਆ। ਮੈਂ ਕਿਹਾ ਮੈਂ ਮੁਸਲਮਾਨ ਨਹੀਂ ਕਹੂੰਗੀ, ਮੈਂ ਇੱਕ ਸਿੱਖ ਧਾਰੀ ਹੋ ਕੇ ਮੈਂ ਮੁਸਲਮਾਨ ਨਹੀਂ ਬਣੂੰਗੀ। ਤੇ ਸਾਨੂੰ ਬਹੁਤ ਜ਼ਿਆਦਾ ਟੌਰਚ ਕੀਤਾ। ਜਦੋਂ ਮੈਂ ਇਨਕਾਰ ਕਰਤੀ ਵੀ ਮੈਂ ਕੰਮ ਨਹੀਂ ਕਰਨਾ, ਮੈਂ ਦਫ਼ਤਰ ਦੇ ਵਿੱਚ ਆ ਗਈ। 3 ਮਹੀਨੇ ਮੈਨੂੰ ਦਫ਼ਤਰ ਦੇ ਵਿੱਚ ਬੰਦ ਰੱਖਿਆ ਇਹਨੇ। ਫਿਰ ਮੈਨੂੰ ਉਹਨਾਂ ਨੇ ਕੁੱਟਿਆ ਮਾਰਿਆ ਬਹੁਤ ਜ਼ਿਆਦਾ। ਮੈਨੂੰ ਕਹਿੰਦੀ 80,000 ਭਰ, 70,000 ਰੁਪਇਆ ਭਰ, ਫਿਰ ਤੈਨੂੰ ਇੰਡੀਆ ਮੰਗਾਵਾਂਗੇ। ਜਾਣੀ ਦੀ ਕਿ ਮੈਨੂੰ ਬਹੁਤ ਜ਼ਿਆਦਾ ਇਹਨੇ ਗਾਲੀ ਗਲੋਚ ਵੀ ਕੀਤਾ ਉੱਥੇ ਫੋਨ ਤੇ ਦਫ਼ਤਰ ਵਾਲਿਆਂ ਤੋਂ ਵੀ ਕਰਵਾਇਆ। ਉਹਨਾਂ ਨੇ ਮੈਨੂੰ ਮਾਰਿਆ ਕੁੱਟਿਆ ਵੀ ਤੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ। ਸਿਰਫ ਇੱਕ ਜੋੜੀ ਕੱਪੜੇ ਦੇ ਵਿੱਚ 3 ਮਹੀਨੇ ਮੈਂ ਦਫ਼ਤਰ ਦੇ ਵਿੱਚ ਕੱਟੇ ਆ। ਉਦੋਂ ਬਾਅਦ ਦੇ ਪੰਜਾਬ ਵਿੱਚ ਵਿੱਚ ਜਦੋਂ ਮੈਂ ਉਹਨਾਂ ਨੇ ਤੁਹਾਨੂੰ ਘਰਦਿਆਂ ਦੇ ਮਸਕਟ ਵਿੱਚ ਉਹਨਾਂ ਨੂੰ ਦੱਸਿਆ ਕਿ ਮੈਨੂੰ ਉੱਥੇ ਤਸੀਹੇ ਸਹਿਣੇ ਪੈ ਰਹੇ ਨੇ, ਤਾਂ ਉਹਨਾਂ ਦਾ ਕੀ ਰਵੱਈਆ ਸੀ? ਉਹ ਸਰ ਜੀ ਨਾ ਤਾਂ ਸਾਨੂੰ ਰੋਟੀ ਖਾਣ ਲਈ ਦਿੰਦੇ ਸੀਗੇ, ਸਾਡੇ ਤਾਂ ਵਾਲ ਵੀ ਕੱਟਣ ਨੂੰ ਤਿਆਰ ਸੀਗੇ ਉਹ। ਪਰ ਪਤਾ ਨਹੀਂ ਮਾਲਕ ਦੀ ਕਿਰਪਾ ਦੇ ਨਾਲ ਅਸੀਂ ਕਿਵੇਂ ਬਚ ਬਚਾ ਕੇ ਆਪਣੇ ਵਾਲ ਤਾਂ ਬਚਾ ਲਏ ਆ। ਸਾਨੂੰ ਬਹੁਤ ਮਾਰਦੇ ਕੁੱਟਦੇ ਵੀ ਸੀਗੇ, ਵੀ ਸੌਣ ਨੂੰ ਵੀ ਅਸੀਂ ਥੱਲੇ ਹੀ ਸੌਂਦੇ ਸੀਗੇ, ਕੋਈ ਸਾਨੂੰ ਬੈੱਡ ਨਹੀਂ ਸੀ ਦਿੰਦੇ, ਕੁਛ ਨਹੀਂ ਸੀ ਦਿੰਦੇਗੇ। ਜੇ ਮੰਨ ਕੇ ਚੱਲੋ ਅਸੀਂ ਕੋਈ ਗੱਲ ਮਸਕਟ ਦੀ ਜਿੱਥੇ ਤੁਸੀਂ ਉੱਥੇ ਜੌਬ ਕਰ ਰਹੇ ਸੀ ਉਹ ਤੁਹਾਨੂੰ ਤਸੀਹੇ ਦਿੰਦੇ ਸੀ। ਮੈਂ ਪੁੱਛਣਾ ਜਿਹੜੇ ਪੰਜਾਬ ਵਿੱਚ ਟਰੈਵਲ ਏਜੰਟ ਸੀਗੇ, ਤੁਸੀਂ ਆਪਣੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਹੋਏਗਾ, ਔਰ ਟਰੈਵਲ ਏਜੰਟ ਦਾ ਜਿਸਨੇ ਤੁਹਾਨੂੰ ਭੇਜਿਆ ਸੀ ਮਸਕਟ ਵਿੱਚ, ਉਹਨਾਂ ਦਾ ਕੀ ਕਹਿਣਾ ਸੀ? ਕੀ ਉਹਨਾਂ ਨੇ ਤੁਹਾਡੀ ਕੋਈ ਮਦਦ ਕੀਤੀ ਜਾਂ ਨਹੀਂ ਕੀਤੀ? ਤੁਹਾਡੀ ਕੋਈ ਗੱਲ ਨਹੀਂ ਸੁਣੀ ਜਾਂ ਸਰ, ਨਹੀਂ ਕੋਈ ਸੁਣੀ? ਮਦਦ ਨਹੀਂ ਕੀਤੀ। ਨਹੀਂ ਸਰ, ਕੋਈ ਗੱਲ ਨਹੀਂ ਸੁਣੀ। ਮੇਰਾ ਨੰਬਰ ਹੀ ਬਲੌਕ ਚ ਪਾਤਾ ਉਹਨਾਂ ਨੇ ਫੋਨ ਹੀ ਬੰਦ ਕਰਤਾ। ਅਸੀਂ ਤੇ ਫਿਰ ਦੂਜਾ ਨਹੀਂ, ਸਾਡੀ ਕੋਈ ਗੱਲ ਨਹੀਂ ਸੁਣੀ। ਉਹ ਤਾਂ ਕਹਿੰਦੇ ਤੁਹਾਨੂੰ ਇਸੇ ਕੰਮ ਵਾਸਤੇ ਹੀ ਭੇਜਿਆ ਤੇ ਇਹੀ ਕਰਨਾ, ਚਾਹੇ ਜਿਉਂਦੇ ਆਓ ਤੇ ਚਾਹੇ ਮਰੇ ਆਓ। ਉਹਨਾਂ ਦਾ ਇਹੀ ਕਹਿਣਾ ਸੀਗਾ। ਤੇ ਉੱਥੇ ਤੁਸੀਂ ਫਿਰ ਫਿਰ ਕਿਸ ਅਸੀਂ ਤਰ੍ਹਾਂ ਮਦਦ ਦੀ ਕਿਹਨਾਂ ਤੱਕ ਆਪਣੀ ਮਦਦ ਦੀ ਆਪਣੀ ਆਵਾਜ਼ ਪਹੁੰਚਾਈ ਤੁਸੀਂ ਮਸਕਟ ਤੋਂ? ਸਰ ਜੀ ਸਾਰਿਆਂ ਤੋਂ ਵੱਧ ਕੇ ਤਾਂ ਮੇਰੀ ਮਦਦ ਕੀਤੀ ਆ ਸਰਦਾਰ ਹਰਨੇਕ ਸਿੰਘ ਰੰਧਾਵਾ ਨੇ, ਜੀ, ਜੋ ਉਹਨਾਂ ਹੈਲਪਲਾਈਨ ਤੱਕ ਵਾਲੇ ਪਹੁੰਚ ਆ। ਕਿਵੇਂ ਉਹਨਾਂ ਤੱਕ ਪਹੁੰਚ ਕਿਵੇਂ ਕੀਤੀ ਤੁਸੀਂ? ਉਹਨਾਂ ਤੱਕ ਸਰ ਮੈਂ ਪਹੁੰਚ ਕੀਤੀ ਹੈ। ਇੰਡੀਆ ਤੋਂ ਇੱਕ ਕੁੜੀ ਸੁਖਵਿੰਦਰ ਕੌਰ ਸੀਗੀ, ਉਹ ਉਹਨਾਂ ਦੀ ਮਦਦ ਦੇ ਨਾਲ ਨਿਕਲੀ ਸੀ। ਮੈਂ ਇੰਡੀਆ ਦੇ ਵਿੱਚ ਫੋਨ ਕੀਤਾ ਤੇ ਮੈਨੂੰ ਕਿਵੇਂ ਨਾ ਕਿਵੇਂ ਕਰਕੇ ਉਹਦਾ ਨੰਬਰ ਮਿਲਿਆ। ਉਹਨਾਂ ਨੇ ਮੈਨੂੰ ਉਹ ਸਰਦਾਰ ਹਰਨੇਕ ਸਿੰਘ ਰੰਧਾਵਾ ਆਨਲਾਈਨ ਵਾਲੇ ਬਾਰੇ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮੈਨੂੰ ਬੜੀ ਆਪਣੀ ਜਾਨ ਤੇ ਖੇਡ ਕੇ ਮੈਨੂੰ ਵੀ ਬਚਾਇਆ। ਉਹਨਾਂ ਦੇ ਜ਼ਰੀਏ ਮੈਂ ਆਪਣੇ ਬੱਚਿਆਂ ਦੇ ਵਿੱਚ ਜਿਉਂਦੀ ਜਾਗਦੀ ਪਹੁੰਚੀ ਆ। ਉਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਆ, ਧੰਨਵਾਦ ਕਰਦੀ ਆ ਉਹਨਾਂ ਦਾ। ਬੜੀ ਮੁਸ਼ਕਲ ਦੇ ਠੀਕ ਹੈ। ਨਾਲ ਮੈਨੂੰ ਉਹਨਾਂ ਨੇ ਬਚਾਇਆ। ਜਿਹੜੇ ਟਰਸਟ ਹੈਗੇ ਨੇ, ਜਿਹੜੀ ਇਹ ਹੈਲਪਲਾਈਨ ਹੈਗੀ ਆ, ਉਹਨਾਂ ਦੇ ਵੀ ਨੁਮਾਇੰਦੇ ਸਰਦਾਰ ਪਰਮਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਪਰਮਪਾਲ ਜੀ, ਤੁਹਾਡੇ ਤੋਂ ਮੈਂ ਜਾਣਨਾ ਚਾਹਾਂਗਾ, ਜਿਵੇਂ ਕਿ ਕਮਲਜੀਤ ਕੌਰ ਸਾਨੂੰ ਦੱਸ ਰਹੇ ਨੇ ਕਿ ਉਹਨਾਂ ਦੀ ਹਾਰਟ ਬੀਤੀ ਜਿਹੜੀ ਹੈਗੀ ਆ ਲੂ ਕੰਡੇ ਖੜੇ ਕਰ ਦੇਣ ਵਾਲੀ ਹੈ। ਕਿਸ ਤਰ੍ਹਾਂ ਉਹਨਾਂ ਨੂੰ ਤਸੀਹੇ ਦਿੱਤੇ ਗਏ, ਕਿਸ ਤਰ੍ਹਾਂ ਟਰੈਵਲ ਏਜੰਟ ਨੇ ਸਬਜ਼ ਬਾਗ ਵਿਖਾ ਕੇ ਝੂਠੇ ਵਾਅਦੇ ਕਰਕੇ ਉਹਨਾਂ ਨੂੰ ਪਹਿਲਾਂ ਤਾਂ ਮਸਕਟ ਭੇਜਿਆ ਤੇ ਫਿਰ ਇਹ ਵਾਅਦਾ ਕੀਤਾ ਗਿਆ ਕਿ ਉਹਨਾਂ ਨੂੰ ਹਸਪਤਾਲ ਵਿੱਚ ਨੌਕਰੀ ਦਿਵਾਈ ਜਾਏਗੀ, ਜਦਕਿ ਉਹਨਾਂ ਤੋਂ ਕਿਸੇ ਪ੍ਰਾਈਵੇਟ ਘਰ ਵਿੱਚ ਕੰਮ ਕਰਵਾਇਆ ਗਿਆ, ਨਿੱਜੀ ਘਰ ਵਿੱਚ ਕੰਮ ਕਰਵਾਇਆ ਗਿਆ ਤੇ ਫਿਰ ਵੱਖ-ਵੱਖ ਤਰ੍ਹਾਂ ਦੇ ਤਸੀਹੇ ਵੀ ਉਸ ਘਰ ਵਿੱਚ ਉਹਨਾਂ ਨੂੰ ਦਿੱਤੇ ਜਾਂਦੇ ਸੀਗੇ। ਟਰੈਵਲ ਏਜੰਟ ਨੇ ਉਹਨਾਂ ਦੀ ਸੁਣੀ ਨਹੀਂ। ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਤੁਹਾਡੀ ਜਿਹੜੀ ਸੰਸਥਾ ਹੈਗੀ ਹੈ
ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਜਿਹੜੀ ਸੰਸਥਾ ਹੈਗੀ ਹੈ, ਕਿਸ ਤਰ੍ਹਾਂ ਇਹਨਾਂ ਮਹਿਲਾਵਾਂ ਤੱਕ, ਇਹਨਾਂ ਨੌਜਵਾਨਾਂ ਤੱਕ ਪਹੁੰਚ ਕਰਦੀ ਹੈ ਅਤੇ ਫਿਰ ਉਹਨਾਂ ਨੂੰ ਰੈਸਕਿਊ ਕਰਕੇ ਆਪਣੇ ਘਰ ਪਹੁੰਚਾਉਂਦੀ ਹੈ? ਸਭ ਤੋਂ ਪਹਿਲਾਂ ਤੇ ਪੂਰੀ ਟਾਈਮ ਟੀਵੀ ਚੜ੍ਹਦੀ ਕਲਾ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਤੇ ਜਿਹੜੇ ਵੀ ਸਭ ਤੋਂ ਪਹਿਲਾਂ ਸ਼ੁਰੂ ਕਰਾਂ, ਸਭ ਤੋਂ ਜੋ ਹੈਗਾ ਸੋਸ਼ਲ ਮੀਡੀਆ ਇਸ ਦੇ ਜਰੀਏ ਸਾਨੂੰ ਜੋ ਵੀਡੀਓ ਮਿਲਦੀਆਂ ਨੇ, ਜੋ ਇਹ ਭੈਣਾਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੀਆਂ ਨੇ ਕਿ ਇਸ ਤਰ੍ਹਾਂ ਸਾਡੇ ਨਾਲ ਤੇ ਤਸਵੀਰ ਹੋ ਰਹੇ ਨੇ ਜਾਂ ਸਾਡੇ ਨਾਲ ਇੱਥੇ ਸਾਡਾ ਸ਼ੋਸ਼ਣ ਹੋ ਰਿਹਾ ਹੈ। ਫਿਰ ਉਸ ਤੋਂ ਬਾਅਦ ਹਰਨੇਕ ਰੰਧਾਵਾ ਹੈਲਪਲਾਈਨ ਜਿਸ ਤਰ੍ਹਾਂ ਹਰਨੇਕ ਭਾਈ ਨਾਲ ਕੰਟੈਕਟ ਕਰਦੇ ਨੇ ਤੇ ਹਰਨੇਕ ਭਾਜੀ ਫਿਰ ਓਮਾਨ ਵਿੱਚ ਜਿਹੜੇ ਸਾਡੇ ਵੀਰ ਹੈਗੇ ਨੇ ਉਹਨਾਂ ਨੂੰ ਮੈਸੇਜ ਕਰਕੇ ਜਾਂ ਕਾਲ ਕਰਕੇ ਉਹ ਐਕਟੀਵੇਟ ਕਰਦੇ ਨੇ। ਤੇ ਉਸ ਤੋਂ ਬਾਅਦ ਅਸੀਂ ਫਿਰ ਉਹਨਾਂ ਦੀ ਗਾਈਡਲਾਈਨ ਦੇ ਅਨੁਸਾਰ ਹੀ ਫਿਰ ਜਿਹੜਾ ਆਪਣਾ ਰੈਸਕਿਊ ਆਪਰੇਸ਼ਨ ਜਿਹੜਾ ਉਹ ਸ਼ੁਰੂ ਕਰਦੇ ਹਾਂ। ਜੀ, ਹੁਣ ਤੱਕ ਤੁਸੀਂ ਕਿੰਨੇ ਨੌਜਵਾਨਾਂ, ਕਿੰਨੇ ਮਹਿਲਾਵਾਂ ਨੂੰ ਤੁਸੀਂ ਹਾਲੇ ਤੱਕ ਰੈਸਕਿਊ ਕਰ ਚੁੱਕੇ ਨੇ, ਉਹ ਬਚਾ ਕੇ ਵਾਪਸ ਭਾਰਤ ਆਪਣੇ ਉਹਨਾਂ ਦੇ ਘਰ ਪਹੁੰਚਾ ਚੁੱਕੇ ਹੋ? ਅਸੀਂ ਪਿਛਲੇ ਕਾਫੀ ਸਮੇਂ ਤੋਂ ਜੋ ਹਰਨੇਕ ਰੰਧਾਵਾ ਹੈਲਪਲਾਈਨ ਜਿਹੜੀ ਕੈਨੇਡਾ ਕਾਫੀ ਵੱਖ-ਵੱਖ ਕੰਟਰੀਆਂ ਦੇ ਵਿੱਚੋਂ ਬਹੁਤ ਸਾਰੇ ਮੁੰਡੇ ਤੇ ਕੁੜੀਆਂ ਨੂੰ ਬਚਾ ਕੇ ਜੋ ਇੰਡੀਆ ਭੇਜਿਆ ਗਿਆ ਹੈ। ਤੇ ਉਸ ਦੇ ਵਿੱਚ ਅਸੀਂ ਲਾਸਟ ਟਾਈਮ ਥੋੜੇ ਸਮੇਂ ਦੇ ਵਿੱਚ ਹੀ 4 ਕੁੜੀਆਂ ਨੂੰ ਮਸਕਟ ਤੋਂ ਕੱਢਿਆ ਸੀ, ਰੈਸਕਿਊ ਕੀਤਾ ਸੀ ਇੱਕ ਟਾਈਮ ਦੇ ਵਿੱਚ ਹੀ, ਜਿਸ ਦੇ ਵਿੱਚ ਭੈਣ ਸੁਖਜਿੰਦਰ ਕੌਰ ਤੇ ਭੈਣ ਜੀ ਵੀ ਹੈਗੇ ਨੇ। ਤੇ ਇਹਨਾਂ ਨੂੰ ਫਿਰ ਅਸੀਂ 4 ਕੁੜੀਆਂ ਨੂੰ ਇੱਕ ਲਗਭਗ 2 ਮਹੀਨੇ ਵਿੱਚ ਹੀ ਇਹਨਾਂ ਨੂੰ ਉੱਥੋਂ ਰੈਸਕਿਊ ਕੀਤਾ ਸੀਗਾ। ਉਸ ਤੋਂ ਪਹਿਲਾਂ ਵੀ ਕਾਫੀ ਕੁੜੀਆਂ ਜਾਂ ਮੁੰਡੇ ਜਿਹੜੇ ਹੈਗੇ ਤੋਂ ਉਹ ਰੈਸਕਿਊ ਕਰਕੇ ਇੰਡੀਆ ਭੇਜਿਆ ਗਿਆ। ਜੀ, ਪਰਮਪਾਲ ਜੀ, ਇੱਥੇ ਇੱਕ ਬੜੀ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਜਦੋਂ ਟਰੈਵਲ ਏਜੰਟ ਐਵੇਂ ਦੇ ਸਬਜ਼-ਬਾਗ ਦਿਖਾ ਕੇ ਉੱਥੇ ਲੋਕਾਂ ਨੂੰ ਪਹੁੰਚਾਉਂਦੇ ਨੇ ਅਤੇ ਮੋਟੀ ਫੀਸ ਵੀ ਆਪਣੀ ਲੈ ਲੈਂਦੇ, ਮੋਟੀ ਰਕਮ ਵੀ ਲੈ ਲੈਂਦੇ ਨੇ, ਅਤੇ ਜਦੋਂ ਫਿਰ ਅਜਿਹੇ ਲੋਕ ਜਿਹੜੇ ਨੇ ਆਪਣੀ ਨੌਕਰੀ ਦੀ ਭਾਲ ਵਿੱਚ ਮਸਕਟ ਜਾਂ ਹੋਰ ਕਈ ਥਾਵਾਂ ਤੇ ਜਾਂਦੇ ਨੇ ਔਰ ਉਹਨਾਂ ਦੇ ਪਾਸਪੋਰਟ ਵੀ ਲੈ ਲਏ ਜਾਂਦੇ ਨੇ, ਅਜਿਹੇ ਵਿੱਚ ਜਦੋਂ ਤੁਸੀਂ ਉਹਨਾਂ ਨੂੰ ਰੈਸਕਿਊ ਕਰਦੇ ਹੋ ਤਾਂ ਬਹੁਤ ਜੋਖਿਮ ਭਰਿਆ ਇੱਕ ਕੰਮ ਹੁੰਦਾ ਹੈ, ਕਿਉਂਕਿ ਕਿਸੇ ਦੇ ਘਰ ਵਿੱਚ ਜਿਹੜਾ ਬੰਦਾ ਕੰਮ ਕਰ ਰਿਹਾ ਹੈ ਉਸ ਨੂੰ ਘਰ ਤੋਂ ਬਾਹਰ ਕੱਢਣਾ, ਫਿਰ ਉੱਥੇ ਇੰਡੀਅਨ ਐਮਬੈਸੀ ਵਿੱਚ ਪਹੁੰਚਾਉਣਾ ਕਾਫੀ ਜੋਖਮ ਭਰਿਆ ਕੰਮ ਹੈ। ਕਿਸ ਤਰ੍ਹਾਂ ਇਸ ਨੂੰ ਪੂਰੇ ਤਰ੍ਹਾਂ ਨਾਲ ਅੰਜਾਮ ਦਿੰਦੇ ਹੋ ਤੁਸੀਂ? ਦੇਖੋ, ਜੋਖਮ ਭਰਿਆ ਦਾ ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਉਹ ਅਰਬ ਕੰਟਰੀਆਂ ਨੇ, ਉਹਨਾਂ ਦਾ ਜੋ ਰਾਜਸ਼ਾਹੀ ਦੇਸ਼ ਹੈਗਾ ਹੈ ਤੇ ਉਹ ਸਾਡੇ ਵਾਂਗ ਲੋਕਤੰਤਰਤਾ ਨਹੀਂ ਹੈ ਕਿ ਇਸ ਤਰ੍ਹਾਂ ਕਿਸੇ ਦੇ ਘਰੋਂ ਕਿਸੇ ਦੇ ਘਰ ਜਾ ਕੇ ਉੱਥੇ ਨਾਲ ਲੈ ਕੇ ਆਉਣਾ, ਕਿਉਂਕਿ ਉਹ ਜੋ ਲੜਕੀਆਂ ਨੇ ਇਹਨਾਂ ਨੂੰ ਉਹਨਾਂ ਨੇ ਪੈਸੇ ਦੇ ਕੇ ਖਰੀਦਿਆ ਹੁੰਦਾ ਹੈ ਟਰੈਵਲ ਏਜੰਸੀਆਂ ਦੇ ਕੋਲੋਂ, ਕਿਉਂਕਿ ਉਹ ਇੱਥੇ ਅਸੀਂ ਇਹ ਨਹੀਂ ਕਹਿ ਸਕਦੇ ਉਹ ਨੌਕਰੀਆਂ ਕਰਦੀਆਂ, ਕਿਉਂਕਿ ਉਹਨਾਂ ਨੇ ਪੈਸੇ ਦੇ ਕੇ ਉਹ ਲਿਆ ਹੁੰਦਾ ਉੱਥੋਂ। ਤੇ ਇਸ ਤਰ੍ਹਾਂ ਅਸੀਂ ਕਿਸੇ ਦੀ ਉੱਥੋਂ ਲੈ ਕੇ ਕੱਢ ਕੇ ਲੈ ਕੇ ਆਉਣਾ ਬਹੁਤ ਹੀ ਜੋਖਮ ਭਰਿਆ ਕੰਮ ਹੁੰਦਾ, ਕਿਉਂਕਿ ਇਸ ਦੇ ਵਿੱਚ ਜਿਹੜੀ ਉੱਥੋਂ ਦੀ ਪੁਲਿਸ ਆ ਉਹ ਵੀ ਜਿਹੜੇ ਸਾਥ ਦਿੰਦੀ ਹੈ ਸਿਰਫ ਉਹਨਾਂ ਦਿੰਦੀ ਹੈ, ਜੋ ਵੀ ਕਾਨੂੰਨ ਨੇ ਉਹ ਸਭ ਉਹਨਾਂ ਦੇ ਨੇ। ਇਸ ਕਰਕੇ ਇਹ ਜਿਹੜਾ ਇਵਨ ਕਿ ਜਿਹੜੀਆਂ ਉੱਥੋਂ ਦੀਆਂ ਐਮਬੈਸੀਆਂ ਨੇ ਉਹ ਵੀ ਉਹਨਾਂ ਦੇ ਜਿਹੜੇ ਕਾਨੂੰਨ ਨੇ ਜਾਂ ਉਹਨਾਂ ਦੇ ਕੰਟਰੋਲ ਨੇ ਉਹ ਬਹੁਤ ਲਿਮਟਿਡ ਨੇ। ਉਹਨਾਂ ਦੇ ਵੀ ਉਹ ਵੀ ਇਹਨਾਂ ਦੀ ਪਾਵਰ ਜਿਹੜੀ ਆ ਉਹ ਬਿਲਕੁਲ ਸੀਮਤ ਕੁਝ ਹੈਗੀ ਆ, ਉਹ ਵੀ ਇਹਨਾਂ ਪੋਜ਼ਿਟਿਵਿਟੀ ਜਾਂ ਬਹੁਤ ਕਹਿ ਲਈਏ ਰੈਪਿਡ ਦੇ ਤਰੀਕੇ ਨਾਲ ਛੇਤੀ ਐਕਸ਼ਨ ਨਹੀਂ ਲੈਂਦੇ। ਉਹ ਬੜਾ ਜੇ ਅਸੀਂ ਵੈਸੇ ਤਾਂ ਕੁੜੀਆਂ ਪਹੁੰਚਾਉਂਦੇ ਵੀ ਆ ਤੇ ਉਸ ਤੋਂ ਬਾਅਦ ਵੀ ਉਹ ਐਡੀ ਛੇਤੀ ਐਕਸ਼ਨ ਨਹੀਂ ਲੈਂਦੇ ਕਿ ਜਲਦੀ ਕੁੜੀਆਂ ਨੂੰ ਲੈ ਕੇ ਜਾਂ ਇੰਡੀਆ ਭੇਜ ਦਿੰਦੇ ਆ। ਉਹ ਬਹੁਤ ਆਪਣੀ ਇਨਕੁਆਇਰੀ ਕਰਦੇ ਇਸ ਕੰਮ ਨੂੰ ਵੀ ਜਿਹੜਾ ਪ੍ਰੋਸੈਸ ਆ ਉਹਦਾ ਵੀ 10-20 ਦਿਨ ਲੱਗਦੇ ਆ। ਈਵਨ ਕਿ ਅਸੀਂ ਇਸ ਕੰਮ ਵਾਸਤੇ ਵੀ ਪਤਾ ਨਹੀਂ ਕਿੰਨੀਆਂ ਜਿਹੜੇ ਟਵੀਟਸ ਨੇ ਜੋ ਇੰਡੀਆ ਦੀ ਹਾਈ ਅਥਾਰਟੀਜ਼ ਨੂੰ ਕਰਕੇ ਸਾਡੇ ਗਰੁੱਪ ਮੈਂਬਰਾਂ ਵੱਲੋਂ ਦਿਨ ਰਾਤ ਟਵੀਟਸ ਕਰਕੇ ਇਹਨਾਂ ਨੂੰ ਜਗਾਇਆ ਜਾਂਦਾ ਹੈ ਕਿ ਇੰਨੀਆਂ ਦੀਆਂ ਭੈਣਾਂ ਮਸਕਟ ਐਮਬੈਸੀ ਵਿੱਚ ਬੈਠੀਆਂ ਹੋਈਆਂ ਨੇ, ਤੁਸੀਂ ਉਹਨਾਂ ਦਾ ਕੋਈ ਸੁਣੋ ਜਾਂ ਉਹਨਾਂ ਨੂੰ ਕੋਈ ਪ੍ਰੈਸ਼ਰਾਈਜ਼ ਕਰਕੇ ਉੱਥੋਂ ਦਾ ਟਿਕਟ ਕਰਵਾਓ। ਫਿਰ ਇਸ ਤਰੀਕੇ ਨਾਲ ਉਹਨਾਂ ਨੂੰ ਉੱਥੋਂ ਗਿਆ ਜਾਂਦਾ ਹੈ। ਜੀ, ਕਮਲਜੀਤ ਕੌਰ ਜੀ, ਤੁਹਾਡੇ ਤੋਂ ਮੈਂ ਜਾਣਨਾ ਚਾਹਾਂਗਾ, ਕਿਉਂਕਿ ਜਦੋਂ ਤੁਸੀਂ ਉੱਥੇ ਮਸਕਟ ਵਿੱਚ ਇੰਡੀਅਨ ਐਮਬੈਸੀ ਪਹੁੰਚੇ ਸੀ ਤਾਂ ਕੀ ਉੱਥੇ ਹੋਰ ਵੀ ਮਹਿਲਾਵਾਂ ਮੌਜੂਦ ਸੀ? ਕਿ ਉੱਥੇ ਹੋਰ ਵੀ ਕੋਈ ਨੌਜਵਾਨ ਮੌਜੂਦ ਸੀਗੇ, ਬਜ਼ੁਰਗ ਮੌਜੂਦ ਸੀ ਜਿਹੜੇ ਉੱਥੇ ਫਸੇ ਹੋਣ ਤੇ ਉਹ ਵਾਪਿਸ ਆਉਣ ਦੀ ਸੋਚ ਰਹੇ ਹੋਣ ਪਰ ਉਹ ਵਾਪਿਸ ਹਾਲੇ ਤੱਕ ਨਹੀਂ ਆ ਪਾਏ? ਹਾਂਜੀ ਸਰ, ਹੈ ਬਹੁਤ ਜ਼ਿਆਦਾ ਵੀ ਮਹਿਲਾਵਾਂ ਇੰਡੀਅਨ। ਜੀ, ਕਿੰਨੇ ਲੋਕ ਉੱਥੇ ਮੌਜੂਦ ਹੋਣ ਇਸ ਸਮੇਂ ਇੰਡੀਅਨ ਐਮਬੈਸੀ ਵਿੱਚ? ਸਾਰਾ ਬੈਂਚ ਚ ਤਾਂ ਕਾਫੀ ਕੁੜੀਆਂ ਹਾਲ ਤਾਈਂ ਵੀ ਬੈਠੀਆਂ ਵਾ, ਮੈਨੂੰ ਕਾਲ ਵੀ ਕਰਦੀਆਂ ਵਾ ਵੀ ਸਾਡੀ ਆਵਾਜ਼ ਤੁਸੀਂ ਹੋਰਾਂ ਤਾਈਂ, ਜਿਵੇਂ ਕਿ ਸਰਦਾਰ ਹਰਨੇਕ ਸਿੰਘ ਰੰਧਾਵਾ ਤਾਈਂ ਪਹੁੰਚਾਓ ਤੇ ਸਾਨੂੰ ਵੀ ਕਢਾਓ। ਇੱਕ ਲੜਕੀ ਹੈਗੀ ਆ ਜਗਰਾਉਂ ਦੀ ਆ, ਅਨਮੈਰਿਡ ਲੜਕੀ ਆ, ਸਿਰਫ ਉਹ ਹੈਗੀ ਆ 19 ਸਾਲ ਦੀ ਆ। ਹਾਂਜੀ, ਸੰਦੀਪ ਕੌਰ ਆ ਸਰ, ਉਹ ਵੀ ਸਰ ਉੱਥੇ ਆ, ਮੈਨੂੰ ਡੇਲੀ ਫੋਨ ਲਾਉਂਦੀ ਆ ਵੀ ਮੈਨੂੰ ਕਢਵਾਓ ਜਾਂ ਮੇਰੀ ਹੈਲਪ ਕਰੋ। ਤੇ ਵੀ ਜਾਣੀ ਦੀ ਬਹੁਤ ਜ਼ਿਆਦਾ ਪਰੇਸ਼ਾਨ ਆ, ਉਹ ਵੀ ਬਹੁਤ ਜ਼ਿਆਦਾ ਬਿਮਾਰ ਆ। ਤੇ ਇੱਕ ਕਪੂਰਥਲੇ ਦੀ ਹੈਗੀ ਆ ਪ੍ਰਵੀਨ ਕੌਰ, ਉਹ ਵੀ ਫੋਨ ਲਾਉਂਦੇ ਨੇ ਮੈਨੂੰ
ਤੇ ਵੀ ਮੈਂ ਫਿਰ ਉਹਨਾਂ ਨੂੰ ਵੀਰ ਜੀਆਂ ਦਾ ਨੰਬਰ ਵੀ ਦਿੱਤਾ ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਲਓ ਤੇ ਵੀ ਤੁਸੀਂ ਉਹਨਾਂ ਤਾਈਂ ਆਵਾਜ਼ ਪਹੁੰਚਾਓ ਤੇ ਤੁਹਾਨੂੰ ਵੀ ਤੁਹਾਡੇ ਮਾਂ-ਬਾਪ ਦੇ ਕੋਲੇ ਜਿਨ੍ਹਾਂ ਦੇ ਬੱਚੇ ਆ ਰੁਲਦੇ ਆ ਉਹਨਾਂ ਦੇ ਬੱਚਿਆਂ ਦੇ ਵਿੱਚ ਉਹਨਾਂ ਨੂੰ ਸਹੀ ਸਲਾਮਤ ਪਹੁੰਚਾਇਆ ਜਾਵੇ। ਜੀ, ਇੱਥੇ ਪਰਮਪਾਲ ਜੀ ਨੇ ਇੱਕ ਲਫ਼ਜ਼ ਦਾ ਇਸਤੇਮਾਲ ਕੀਤਾ ਹੈ ਕਿ ਕੁੜੀਆਂ ਨੂੰ ਉੱਥੇ ਵੇਚਿਆ ਜਾਂਦਾ, ਕੁੜੀਆਂ ਉੱਥੇ ਆਪਣੀ ਮਨਮਰਜ਼ੀ ਨਾਲ ਕੰਮ ਨਹੀਂ ਕਰਦੀਆਂ, ਕੁੜੀਆਂ ਨੂੰ ਉੱਥੇ ਵੇਚ ਦਿੱਤਾ ਜਾਂਦਾ ਹੈ, ਜੋ ਪੈਸੇ ਦਿੱਤੇ ਜਾਂਦੇ ਨੇ ਉਹ ਵੇਚਣ ਲਈ ਦਿੱਤੇ ਜਾਂਦੇ ਨੇ। ਸੋ ਕੀ ਇਸ ਗੱਲ ਨਾਲ ਤੁਸੀਂ ਇਤਫਾਕ ਰੱਖਦੇ ਹੋ ਕਿ ਤੁਹਾਨੂੰ ਉੱਥੇ ਵੇਚਿਆ ਗਿਆ ਸੀਗਾ, ਉੱਥੇ ਤੁਹਾਨੂੰ ਕੰਮ ਕਰਦੇ ਪੈਸੇ ਨਹੀਂ ਮਿਲਦੇ ਸੀ, ਤੁਹਾਨੂੰ ਉੱਥੇ ਵੇਚਿਆ ਗਿਆ ਸੀ ਟਰੈਵਲ ਏਜੰਟ ਵੱਲੋਂ, ਜਾਂ ਉੱਥੇ ਜਿਹੜੇ ਕੰਮ ਕਰਦੀਆਂ ਨੇ ਕੰਪਨੀਆਂ ਅਜਿਹੀਆਂ? ਨਹੀਂ ਸਰ ਜੀ, ਜਦੋਂ ਮੰਨ ਕੇ ਚੱਲੋ ਵੀ ਕੋਈ ਮੈਂ ਹੀ ਆ, ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ, ਮੇਰੇ ਪੈਰਾਂ ਤੇ ਸੋਜ ਹੋ ਜਾਂਦੀ ਸੀ, ਬੈਕ ਪੇਨ ਦੀ ਪ੍ਰੋਬਲਮ ਸੀ ਮੈਨੂੰ, ਮੇਰੇ ਤੋਂ ਕੰਮ ਨਹੀਂ ਸੀ ਹੋ ਰਿਹਾ। ਮੈਂ ਕਿਹਾ ਵੀ ਮੇਰੇ ਤੋਂ ਕੰਮ ਨਹੀਂ ਹੁੰਦਾ, ਮੈਨੂੰ ਮੈਡੀਸਨ ਚਾਹੀਦੀ ਆ। ਕਹਿ ਦਿੰਦੇ ਸੀ ਇੱਥੇ ਮੈਡੀਸਨ ਕੋਈ ਨਹੀਂ, ਤੁਸੀਂ ਇੰਡੀਆ ਤੋਂ ਲੈ ਕੇ ਆਉਂਦੇ, ਵੀ ਸਾਨੂੰ ਤਾਂ ਕੰਮ ਚਾਹੀਦਾ ਏ, ਵੀ ਅਸੀਂ ਤੁਹਾਨੂੰ ਵੀ ਤੁਹਾਡੇ ਪੈਸੇ ਦਿੱਤੇ ਆ ਤੁਹਾਡੇ ਏਜੰਟਾਂ ਨੂੰ, ਡੇਢ ਲੱਖ ਏਜੰਟਾਂ ਨੇ ਸਾਡੇ ਤੋਂ ਇੰਡੀਆ ਤੋਂ ਹੀ ਲੈ ਲਿਆ ਵਾ। ਉਧਰੋਂ ਪਤਾ ਨਹੀਂ ਕਿੰਨੇ 2 ਲੱਖ ਮਿਲਦੇ ਆ, 3 ਲੱਖ ਸਾਨੂੰ ਵੇਚਦੇ ਆ, 4 ਚ ਵੇਚਦੇ ਆ, ਏਦਾਂ ਅੱਗੇ ਗਾਂ ਦੀ ਗਾਂ ਸਾਨੂੰ ਸਪਲਾਈ ਕਰ ਦਿੰਦੇ ਆ। ਮੰਨ ਕੇ ਚਲੋ ਵੀ 3-3 4-4 ਦਫ਼ਤਰ ਨੇ, ਇੱਕ ਦਫ਼ਤਰ ਚੋਂ ਭੇਜ ਕੇ ਦੂਜੇ ਚ ਪੇਮੈਂਟ ਲੈ ਲੈਂਦੇ ਆ, ਉਧਰੋਂ ਕਰਕੇ ਅੱਗੇ ਭੇਜ ਦਿੰਦੇ ਆ, ਏਦਾਂ ਕਰਕੇ ਕੁੜੀਆਂ ਦੀ ਗਾਂ ਸਪਲਾਈ ਕਰੀ ਜਾਂਦੇ ਆ। ਜੀ, ਅਤੇ ਤੁਹਾਨੂੰ ਜਿਹੜੀ ਪਹਿਲਾਂ ਤੁਹਾਡੇ ਨਾਲ ਗੱਲ ਹੋਈ ਸੀਗੀ, ਤੁਸੀਂ ਦੱਸਿਆ ਸੀਗਾ ਸਵੇਰੇ ਕਾਫੀ ਜਲਦੀ ਤੁਹਾਨੂੰ ਉਠਾ ਦਿੰਦੇ ਸੀ ਔਰ ਦੇਰ ਰਾਤ ਤੱਕ ਤੁਹਾਡੇ ਤੋਂ ਕੰਮ ਕਰਾਇਆ ਜਾਂਦਾ ਸੀ। ਤੁਹਾਨੂੰ ਦੱਸ ਪਾਓਗੇ, ਸਾਡੇ ਦਰਸ਼ਕਾਂ ਨੂੰ ਦੱਸ ਪਾਓਗੇ ਕਿ ਕਿਸ ਤਰ੍ਹਾਂ ਦੇ ਤੁਹਾਡੇ ਤੋਂ ਕੰਮ ਕਰਾਏ ਜਾਂਦੇ ਸੀ ਔਰ ਪੂਰਾ ਦਿਨ ਦਾ ਕੀ ਪੂਰਾ ਰਹਿੰਦਾ ਸੀਗਾ, ਟਾਈਮ ਟੇਬਲ ਤੁਹਾਡਾ ਕੀ ਰਹਿੰਦਾ ਸੀਗਾ ਪੂਰੇ ਦਿਨ ਦਾ? ਪੂਰੇ ਦਿਨ ਵਿੱਚ ਕੰਮ ਜਿਹੜੇ ਤੁਹਾਡੇ ਤੋਂ ਕਰਾਏ ਜਾਂਦੇ ਸੀਗੇ ਕਮਲ ਜੀ? ਸਰ ਜੀ ਬਸ ਸੁਬਾਹ ਮੰਨ ਕੇ ਚਲੋ ਅਸੀਂ 24 ਘੰਟੇ ਦੇ ਵਿੱਚ ਸਿਰਫ 2 ਘੰਟੇ ਮਸਾਂ ਹੀ ਸੌਂਦੇ ਸੀਗੇ। ਸਾਤੋਂ ਕੰਮ ਜਾਣੀ ਦੀ 10 ਮਿੰਟ ਬੈਠਣ ਦਾ ਟਾਈਮ ਵੀ ਨਹੀਂ ਸੀ ਦਿੰਦੇ। ਮੰਨ ਕੇ ਚਲੋ ਜੇ ਸੁਬਾਹ ਬ੍ਰੇਕਫਾਸਟ ਸਾਨੂੰ ਨਹੀਂ ਸੀ ਕਰਨ ਦਿੰਦੇਗੇ, ਉਹ ਆਪ ਕਰ ਲੈਣਾ ਉਹਨਾਂ ਨੇ, ਆਹ ਕੰਮ ਕਰ ਲਓ, ਉਹ ਕਰ ਲਓ, ਉਹ ਕਰ ਲਓ, ਨਾਲ ਦੀ ਨਾਲ। ਫਿਰ ਕੋਈ ਉਹਨਾਂ ਨੂੰ ਇਹ ਨਹੀਂ ਸੀਗਾ ਵੀ ਇਹ ਬਿਮਾਰ ਆ, ਵੀ ਇਹਦੀ ਤਬੀਅਤ ਖਰਾਬ ਆ, ਕੁਛ ਨਹੀਂ, ਉਹ ਉਹਨਾਂ ਨੂੰ ਆਪਣੇ ਕੰਮ ਤਾਂ ਹੀ ਮਸਲਾ ਸੀਗਾ। ਕੋਈ ਉਹਨਾਂ ਨੂੰ ਇਹ ਨਹੀਂ ਸੀ ਵੀ ਇਹ ਬਿਮਾਰ ਆ, ਵੀ ਜਾਂ ਇਹਨੇ ਬੱਚਿਆਂ ਨਾਲ ਗੱਲ ਕਰਨ ਜਾਂ ਕੁਛ ਨਹੀਂ, ਉਹਨਾਂ ਨੂੰ ਸਿਰਫ ਕੰਮ ਤਾਂ ਹੀ ਮਸਲਾ। ਜੇ ਮੰਨ ਕੇ ਚਲੋ ਅਸੀਂ ਆਪਣੀ ਮਰਜ਼ੀ ਨਾਲ ਬਹਿ ਜਾਂਦੇ ਸੀ ਤਾਂ ਦਫ਼ਤਰ ਦੇ ਵਿੱਚ ਕਾਲ ਕਰ ਦਿੰਦੇ ਸੀ, ਫਿਰ ਸਾਨੂੰ ਦਫ਼ਤਰ ਵਾਲੇ ਫੋਨ ਲਾਉਂਦੇ ਸੀ ਵੀ ਤੁਹਾਨੂੰ ਬਹਿਣ ਲਈ ਨਹੀਂ ਇੱਥੇ ਬੁਲਾਇਆਗਾ, ਤੁਹਾਡੇ ਏਜੰਟ ਨੇ ਪੈਸੇ ਲਿੱਤੇ ਆ ਤੁਹਾਨੂੰ, ਤੇ ਤਾਂ ਕਰਕੇ ਵੀ ਤੁਹਾਨੂੰ ਕੰਮ ਕਰਨਾ ਹੀ ਪੈਣਾ ਵਾ। ਜੇ ਤੁਸੀਂ ਆਰਾਮ ਕਰਨਾ ਤਾਂ ਰਾਤ ਨੂੰ ਜਿਹੜੇ 2 ਘੰਟੇ ਤੁਹਾਨੂੰ ਬਹਿਣੇ ਆ ਤਾਂ ਸਿਰਫ ਉਸੇ ਦੇ ਵਿੱਚ ਹੀ ਕਰਨਾ ਤੁਸੀਂ ਆਰਾਮ, ਉਦੋਂ ਬਾਅਦ ਰਾਤੀ ਬਹਿ ਨਹੀਂ ਸਕਦੇ। ਔਰ ਦੂਜੇ ਪਾਸੇ ਜੇਕਰ ਅਸੀਂ ਪੈਸਿਆਂ ਦੀ ਗੱਲ ਕਰੀਏ ਤਾਂ ਕੀ ਤੁਹਾਨੂੰ ਕੋਈ ਥੋੜੇ ਬਹੁਤ ਉੱਥੇ ਪੈਸੇ ਮਿਲਦੇ ਸੀਗੇ ਕਿ ਤੁਸੀਂ ਜਾ ਕੇ ਆਪਣੀ ਬਾਹਰ ਸ਼ਾਪਿੰਗ ਕਰ ਲਓ ਜਾਂ ਮੋਬਾਈਲ ਦਾ ਖਰਚਾ ਕੱਢ ਲਓ ਜਾਂ ਕੁਝ ਇਸ ਤਰ੍ਹਾਂ ਦਾ? ਸਰ ਜੀ ਸ਼ਾਪਿੰਗ ਦੀ ਤਾਂ ਗੱਲ ਕਾਹਦੀ ਸਰ, ਸਾਨੂੰ ਤਾਂ ਬਾਹਰ ਦੇ ਵਿੱਚ ਅਲਾਉਡ ਵੀ ਨਹੀਂ ਸੀ। ਜੇਕਰ ਉਹਨਾਂ ਨੇ ਜਾਣਾ ਸੀ ਬਾਹਰ ਜਾਂਦੇ ਸੀ ਆਪ ਘੁੰਮਣ ਫਿਰਨ ਲਈ, ਸਾਨੂੰ ਲੌਕ ਕਰਕੇ ਜਾਂਦੇ ਸੀਗੇ। ਮਤਲਬ ਤੁਹਾਡੇ ਕੋਲ ਕੱਪੜਾ ਵਗੈਰਾ ਕੁਝ ਨਹੀਂ ਹੁੰਦਾ ਸੀਗਾ, ਕੁਝ ਨਹੀਂ ਲੈਣ ਦਿੰਦੇ ਸੀਗੇ ਤੁਹਾਨੂੰ ਉਹ? ਹਾਂਜੀ ਸਰ, ਕਮਰਾ ਸੀਗਾ ਸਾਡਾ, ਸਾਨੂੰ ਮਿਲਦਾ ਹੈ ਕਮਰੇ ਦੇ ਵਿੱਚ ਹੀ, ਚਾਹੇ ਤਾਂ ਉੱਪਰ ਹੁੰਦਾ ਸੀ ਚਾਹੇ ਨੀਚੇ, ਵੀ ਸਾਨੂੰ ਮਿਲਦਾ ਗੱਲ ਕਰ ਰਿਹਾ ਕਰਵਾਉਣ ਲਈ। ਤੁਹਾਨੂੰ ਲੈਣ ਸੀਗੇ ਉੱਥੇ? ਹਾਂਜੀ ਸਰ, ਲਾਈਟ ਹੁੰਦੀ ਆ ਤੇ ਪੱਖਾ ਵੀ ਹੁੰਦਾ ਵਾ ਫੈਨ, ਤੇ ਉਹਨਾਂ ਨੇ ਸਾਨੂੰ ਕਹਿ ਦਿੰਦੇ ਸੁਬਾਹ ਕਹਿਣਾ ਵੀ ਬਸ ਕਮਰੇ ਦੇ ਵਿੱਚ ਤੁਸੀਂ ਉਦੋਂ ਹੀ ਜਾਣਾ ਵਾ ਜਦੋਂ ਤੁਸੀਂ ਰਾਤ ਨੂੰ ਸੌਣਾ ਵਾ, ਉਸ ਤੋਂ ਬਾਅਦ ਚ ਵਾਰ-ਵਾਰ ਆਪਣੇ ਕਮਰੇ ਦੇ ਵਿੱਚ ਨਹੀਂ ਜਾਣਾ ਵਾ। ਠੀਕ ਹੈ ਪਰਮਪਾਲ ਜੀ, ਜਿਵੇਂ ਦੱਸ ਰਹੇ ਨੇ ਕਿ ਲਗਾਤਾਰ ਇਹਨਾਂ ਨੂੰ ਨਾ ਤਾਂ ਕੋਈ ਦਵਾਈ ਲੈਣ ਦਿੰਦੇ ਸੀਗੇ ਅਤੇ ਨਾ ਹੀ ਇੱਕ ਛੋਟੇ ਜਿਹੇ ਇਹਨੂੰ ਕਮਰੇ ਵਿੱਚ ਪਾ ਦਿੱਤਾ ਜਾਂਦਾ ਸੀ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ, ਰਾਤ ਤੱਕ ਜਿਹੜੀ ਹੈ ਲਗਾਤਾਰ ਕੰਮ ਹੀ ਕਰਵਾਇਆ ਜਾਂਦਾ ਸੀ ਔਰ ਸੌਣ ਲਈ ਵੀ ਕੁਝ ਹੀ ਘੰਟਿਆਂ ਦਾ ਸਮਾਂ ਦਿੱਤਾ ਜਾਂਦਾ ਸੀਗਾ। ਅਜਿਹੇ ਵਿੱਚ ਤੁਹਾਡੀ ਕੋਈ ਇੰਡੀਅਨ ਐਮਬੈਸੀ ਨਾਲ ਗੱਲ ਹੋਈ ਹੈ ਕਿ ਕਿਸ ਤਰ੍ਹਾਂ ਟਰੈਵਲ ਏਜੰਟਾਂ ਤੇ ਨੱਥ ਪਾਈ ਜਾ ਸਕਦੀ ਹੈ, ਜਾਂ ਫਿਰ ਇੱਥੇ ਭਾਰਤ ਸਰਕਾਰ ਨਾਲ ਤੁਹਾਡੀ ਕੋਈ ਸੁਸਾਇਟੀ ਦੀ ਗੱਲ ਹੋਈ ਹੋਵੇ ਕਿ ਕਿਸ ਤਰ੍ਹਾਂ ਟਰੈਵਲ ਏਜੰਟਾਂ ਤੇ ਨੱਥ ਪਾਈ ਜਾ ਸਕਦੀ ਹੈ ਕਿ ਤਾਂ ਜੋ ਅਜਿਹੇ ਭੋਲੇ ਭਾਲੇ ਲੋਕ ਉੱਥੇ ਜਾ ਕੇ ਨਾ ਫਸਣ? ਸਮਝ ਜੀ, ਮੈਂ ਇਹ ਸਵਾਲ ਅਨੇਕ ਭਾਜੀ ਵੱਲੋਂ ਵੀ ਕਾਫੀ ਇਸ ਲਈ ਕਦਮ ਪੁੱਟੇ ਜਾ ਰਹੇ ਨੇ, ਉਹ ਵੀ ਵੀਡੀਓ ਪਾ ਕੇ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਜੋ ਕੀਤੀ ਜਾ ਰਹੀ ਹੈ। ਤੁਹਾਡੇ ਚੈਨਲ ਵੱਲੋਂ ਵੀ ਬਹੁਤ ਵਧੀਆ ਜਿਹੜਾ
ਇਹ ਸ਼ਲਾਘਾਯੋਗ ਕਦਮ ਹੈ ਕਿ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਤੁਸੀਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਹ ਟੈਲੀਕਾਸਟ ਕਰ ਰਹੇ ਹੋ। ਤੇ ਅਸੀਂ ਤੇ ਪਿੱਛੇ ਜੇ ਇੱਕ ਹਰਨੇਕ ਭਾਈ ਵੱਲੋਂ ਵੀ ਇੱਕ ਅਸੀਂ ਜੋ ਪਲਾਨ ਕੀਤਾ ਗਿਆ ਸੀਗਾ ਕਿ ਕੁਝ ਟਵੀਟਸ ਦੇ ਜ਼ਰੀਏ ਸ਼ਾਇਦ ਕਿਸੇ ਹਾਈ ਅਥਾਰਟੀ ਤੱਕ ਗੱਲ ਕੀਤੀ ਜਾਵੇ ਕਿ ਜੋ ਇਹ ਜੋ ਟਰੈਵਲ ਏਜੰਟਾਂ ਦੇ ਰਾਹੀਂ ਹਾਊਸਮੇਟ ਦੇ ਵੀਜ਼ੇ ਜੋ ਅਰਬ ਕੰਟਰੀਆਂ ਵਿੱਚ ਲੜਕੀਆਂ ਨੂੰ ਭੇਜਿਆ ਜਾਂਦਾ ਹੈ ਨਾ ਭੇਜਿਆ ਜਾਵੇ। ਇਸ ਦਾ ਵਾਰ-ਵਾਰ ਜੋ ਸਾਡੇ ਗਰੁੱਪ ਵੱਲੋਂ ਵੀ ਰਿਕੁਐਸਟ ਕੀਤੀ ਜਾਂਦੀ ਹੈ ਕਿ ਇਹਨਾਂ ਕੰਟਰੀਆਂ ਵਿੱਚ ਜਿਹੜਾ ਹਾਊਸਮੇਟ ਦਾ ਵੀਜ਼ਾ ਹੈਗਾ ਕੰਮ ਹੈਗਾ ਉਹ ਬਿਲਕੁਲ ਠੀਕ ਨਹੀਂ ਹੈਗਾ। ਕੁੜੀਆਂ ਨੂੰ ਇੱਥੇ ਵੱਡੇ ਵੱਡੇ ਵਾਅਦੇ ਕਰਕੇ ਜਿਹੜਾ ਬਾਹਰ ਲੈ ਕੇ ਜਾਇਆ ਜਾਂਦਾ ਤੇ ਪੈਕਿੰਗ ਦਾ ਕਹਿ ਕੇ ਜਾਂ ਚੈਕਿੰਗ ਕਹਿ ਕੇ, ਕਿਉਂਕਿ ਇਹੋ ਜਿਹਾ ਉੱਥੇ ਕੋਈ ਵੀ ਕੰਮ ਹੈ ਨਹੀਂ ਆ। ਉੱਥੇ ਸਿਰਫ ਤੇ ਸਿਰਫ ਜਿਹੜਾ ਹਾਊਸਮੇਟ ਦਾ ਜਿਹੜਾ ਕੰਮ ਹੈਗਾ ਉਹ ਬਹੁਤ ਹੀ ਕਹਿ ਲਓ ਕਿ ਗੰਦੇ ਤਰੀਕੇ ਦਾ ਕੰਮ ਆ। 100 ਦੇ ਵਿੱਚੋਂ 90% ਜਿਹੜੇ ਸਾਨੂੰ ਅੱਜ ਤੱਕ ਜਿੰਨੀਆਂ ਵੀ ਕੁੜੀਆਂ ਉੱਥੋਂ ਕੰਟੈਕਟ ਸਾਡੇ ਨਾਲ ਹੋਏ ਜਾਂ ਮੁੰਡਿਆਂ ਦੇ ਕੰਟੈਕਟ ਕਿਸੇ ਦੇ ਵੀ ਹੋਏ, ਉਹ ਹਮੇਸ਼ਾ ਤੰਗ ਪਰੇਸ਼ਾਨੀ ਉੱਥੇ ਹੁੰਦੇ ਨੇ। ਉਹ ਦੱਸਦੇ ਨੇ ਕਿ ਸਾਡਾ ਕਿਸ ਤਰੀਕੇ ਨਾਲ ਜਿਹੜਾ ਉਹ ਮਾਨਸਿਕ ਜਾਂ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਤੇ ਇਹ ਸਾਡੀ ਜਿਹੜੀ ਗਵਰਨਮੈਂਟ ਦੀ ਜਿਹੜੀ ਨੈਗਲੀਜੈਂਸੀ ਕਹਿ ਸਕਦੇ ਆ ਕਿ ਇੱਥੋਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਨਾ ਟਰੈਵਲ ਏਜੰਟਾਂ ਦੇ ਉੱਪਰ ਸਕੰਜਾ ਨਹੀਂ ਕੱਸਿਆ ਜਾਂਦਾ, ਜਿਹੜਾ ਕਿ ਬਹੁਤ ਹੀ ਜ਼ਰੂਰੀ ਆ ਕਿ ਇਹ ਵਾਪਸ ਆ ਕੇ ਵੀ ਜੋ ਇਹ ਕੁਝ ਕੰਪਲੇਂਟ ਕਰਦੀਆਂ ਜਾਂ ਇਹੋ ਜਿਹਾ ਕੁਝ ਹੁੰਦਾ ਤਾਂ ਵੀ ਉਹਨਾਂ ਏਜੰਟਾਂ ਦਾ ਜਿਹੜਾ ਉਹ ਸਕੰਜਾ ਨਹੀਂ ਕੱਸਿਆ ਜਾਂਦਾ ਤੇ ਉਹ ਬਾਰ-ਬਾਰ ਉਹੀ ਜਿਹੜੀ ਗੱਲ ਨੂੰ ਰਿਪੀਟ ਕਰਦੇ ਨੇ ਜਾਂ ਉਹੀ ਕੰਮ ਦੁਹਰਾਉਂਦੇ ਨੇ। ਉੱਥੇ ਇੰਨੀਆਂ ਕੁੜੀਆਂ ਨੂੰ ਲੈ ਕੇ ਜਾਇਆ ਜਾਂਦਾ ਹੈ ਤੇ ਉਹ ਅਜੇ ਤੱਕ ਬੰਦ ਨਹੀਂ ਹੋ ਰਿਹਾ। ਜੀ ਪਰ ਪਰਮਪਾਲ ਜੀ ਇੱਥੇ ਇੱਕ ਗੱਲ ਹੋਰ ਵੀ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗਾ, ਕਿਉਂਕਿ ਇਹ ਗੱਲ ਮੈਂ ਤੁਹਾਡੇ ਤੋਂ ਪਹਿਲਾਂ ਵੀ ਪੁੱਛੀ ਸੀ ਕਿ ਕਾਫੀ ਜੋਖਿਮ ਭਰਿਆ ਕੰਮ ਹੈ ਕਿ ਕਿਸੇ ਘਰ ਵਿੱਚ ਕੋਈ ਅਗਰ ਮਹਿਲਾ ਕੰਮ ਕਰ ਰਹੀ ਹੈ ਤਾਂ ਉਸ ਘਰ ਨੇ ਇੱਕ ਤਰ੍ਹਾਂ ਨਾਲ ਜਿਵੇਂ ਤੁਸੀਂ ਦੱਸਿਆ ਕਿ ਖਰੀਦ ਕੇ ਰੱਖਿਆ ਹੋਇਆ ਉਸ ਮਹਿਲਾ ਨੂੰ ਆਪਣੇ ਕੰਮ ਕਾਰਾਂ ਵਾਸਤੇ, ਉਸ ਮਹਿਲਾ ਨੂੰ ਉਸ ਘਰ ਵਿੱਚੋਂ ਕੱਢਣਾ ਔਰ ਉਹਨਾਂ ਦੇ ਕਿਉਂਕਿ ਜਿਹੜੇ ਮੈਂ ਜਾਣਦਾ ਮਸਕਟ ਵਿੱਚ ਜਿਹੜੇ ਘਰ ਨੇ ਉਹ ਇੱਕ ਕਿਲੇ ਦੇ ਰੂਪ ਵਰਗੇ ਨੇ, ਕਾਫੀ ਗਾਰਡਸ ਵੀ ਹੁੰਦੇ ਨੇ ਉੱਥੇ ਬਾਹਰ। ਉਹਨਾਂ ਗਾਰਡਸ ਵਿੱਚੋਂ ਉਸ ਮਹਿਲਾ ਨੂੰ ਬਾਹਰ ਕੱਢਣਾ ਆਪਣੇ ਆਪ ਵਿੱਚ ਇੱਕ ਜੋਖਿਮ ਭਰਿਆ ਕੰਮ ਹੈਗਾ। ਤੇ ਤੁਹਾਡੇ ਨਾਲ ਜਿਹੜੇ ਨੁਮਾਇੰਦੇ ਲੱਗੇ ਹੋਏ ਨੇ, ਤੁਹਾਡੇ ਨਾਲ ਜਿਹੜੇ ਹੋਰ ਨੌਜਵਾਨ ਲੱਗੇ ਹੋਏ ਨੇ ਜਿਹੜੇ ਇਸ ਕੰਮ ਨੂੰ ਬਖੂਬੀ ਅੰਜਾਮ ਦਿੰਦੇ ਨੇ, ਉਹਨਾਂ ਨੂੰ ਆਜ਼ਾਦ ਕਰਵਾਉਂਦੇ ਨੇ ਇੱਕ ਜੇਲ੍ਹ ਵਿੱਚੋਂ, ਉਹ ਕਿਸ ਤਰ੍ਹਾਂ ਆਜ਼ਾਦ ਕਰਵਾਇਆ ਜਾਂਦਾ ਹੈ? ਕਿਸ ਤਰ੍ਹਾਂ ਤੁਸੀਂ ਵਿਉਂਤਬੰਦੀ ਕਰਦੇ ਹੋ? ਵਿਉਂਤਬੰਦੀ ਜਦੋਂ ਸਭ ਤੋਂ ਪਹਿਲਾਂ ਇਹਨਾਂ ਲੜਕੀਆਂ ਦਾ ਕੰਟੈਕਟ ਹਰਨੇਕ ਭਾਜੀ ਨਾਲ ਹੁੰਦਾ ਤੇ ਉਹ ਸਾਨੂੰ ਫਿਰ ਜਿਸ ਤਰ੍ਹਾਂ ਗਾਈਡ ਕਰਦੇ ਨੇ ਤੇ ਸਾਡੇ ਵੱਲੋਂ ਉਹਨਾਂ ਕੋਲ ਸਭ ਤੋਂ ਪਹਿਲਾਂ ਲੋਕੇਸ਼ਨ ਮੰਗਵਾਈ ਜਾਂਦੀ ਹੈ ਕਿ ਤੁਸੀਂ ਕਿਸ ਲੋਕੇਸ਼ਨ ਤੇ ਹੋ, ਕਿਸ ਜਗ੍ਹਾ ਤੇ ਹੋ। ਫਿਰ ਉਹ ਜਦੋਂ ਹਰਨੇਕ ਭਾਜੀ ਨੂੰ ਆਪਣੀ ਲੋਕੇਸ਼ਨ ਸੈਂਡ ਕਰਦੇ ਨੇ ਫਿਰ ਦੇਖਿਆ ਜਾਂਦਾ ਕਿ ਇਹ ਜਿਹੜੀ ਲੜਕੀ ਹੈ ਕਿਸ ਏਰੀਏ ਦੇ ਵਿੱਚ ਤੱਕ ਹੋਈ ਹੈ, ਕਿਸ ਜਗ੍ਹਾ ਤੇ ਇਸ ਵੇਲੇ ਹੈਗੀ ਹੈ ਤੇ ਸਾਡਾ ਕਿਹੜਾ ਮੈਂਬਰ ਦੇ ਜੋ ਨਜ਼ਦੀਕ ਹੈ ਜੋ ਛੇਤੀ ਪਹੁੰਚ ਸਕਦਾ ਹੈ ਤੇ ਕੌਣ ਕੰਟੈਕਟ ਕਰ ਸਕਦਾ ਹੈ। ਫਿਰ ਉਸ ਤੋਂ ਬਾਅਦ ਉਸ ਲੋਕੇਸ਼ਨ ਦੇ ਉੱਤੇ ਉਹ ਜੋ ਵੀ ਪਿੰਡ ਜਿੱਥੇ ਵੀ ਹੈਗੀ ਉਸ ਨਾਲ ਸੈਟਿੰਗ ਕਰਕੇ ਉਹ ਪੁੱਛਿਆ ਜਾਂਦਾ ਵੀ ਹਾਂ ਵੀ ਭੈਣ ਤੂੰ ਕਿਸ ਟਾਈਮ ਤੇ ਘਰ ਤੋਂ ਬਾਹਰ ਆ ਸਕਦੀ ਆ ਜਾਂ ਜੋ ਘਰ ਦੇ ਜਿਹੜੇ ਮੈਂਬਰ ਹੈ ਉਹ ਕਿਸ ਟਾਈਮ ਤੇ ਤੈਨੂੰ ਅਲਾਉ ਕਰਦੇ ਨੇ ਇੱਧਰ ਉੱਧਰ ਥੋੜਾ ਬਹੁਤ ਜਾਣ ਲਈ। ਤੇ ਫਿਰ ਉਸ ਤੋਂ ਬਾਅਦ ਉਹਦੀ ਜੋ ਵੀ ਲੋਕੇਸ਼ਨ ਹੁੰਦੀ ਹੈ ਉਸ ਜਗ੍ਹਾ ਤੇ ਅਸੀਂ ਕਾਰ ਪਾਰਕ ਕਰਕੇ ਫਿਰ ਉਸ ਨੂੰ ਰੈਸਕਿਊ ਕਰਕੇ ਸਿੱਧਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘੱਟ ਤੋਂ ਘੱਟ ਟਾਈਮ ਦੇ ਵਿੱਚ ਜੋ ਐਮਬੈਸੀ ਪਹੁੰਚਾਇਆ ਜਾਵੇ। ਇਸ ਵਿੱਚ ਥੋੜੀ ਜਿਹੀ ਮੈਂ ਗੱਲ ਦੱਸਣੀ ਚਾਹਾਂਗਾ, ਤੁਸੀਂ ਪੁੱਛਿਆ ਕਿ ਬਹੁਤ ਹੀ ਜੋਖਮ ਭਰਾ ਕੰਮ ਹੈ ਇਹ, ਅਗਲੇ ਦੇ ਘਰੋਂ ਲੜਕੀ ਨੂੰ ਲੈ ਕੇ ਆਉਣਾ ਇਹ ਜੋਖਮ ਭਰਿਆ ਇਹ ਤਾਂ ਹੈ ਹੀ। ਉੱਥੋਂ ਦੇ ਜੋ ਵਸਨੀਕ ਨੇ ਜੋ ਹੈਗੇ ਨੇ ਉਹ ਤਾਂ ਸਾਡੇ ਨਾਲ ਉਹਨਾਂ ਨੇ ਤਾਂ ਸਾਡੇ ਨਾਲ ਜੋ ਹੈਗਾ ਵਾ ਉਹ ਕਰਨਾ ਹੀ ਹੈ। ਈਵਨ ਜੋ ਲੋਕ ਨੇ ਸਾਡੀਆਂ ਟਰੈਵਲ ਏਜੰਸੀਆਂ ਨੇ ਐਸੀ ਜੋ ਪਿੱਛੇ ਸੁਖਜਿੰਦਰ ਭੈਣ ਨੇ ਜੋ ਰੈਸਕਿਊ ਕੀਤਾ, ਉਸ ਤੋਂ ਬਾਅਦ ਇੱਕ ਇਸ ਤੋਂ ਪਹਿਲਾਂ ਵੀ ਇੱਕ ਲੜਕੀ ਸੀ ਜੋ ਬਟਾਲੇ ਦੀ ਜਿਸ ਨੇ ਰੈਸਕਿਊ ਕੀਤਾ ਸੀਗਾ ਤੇ ਉਸ ਦੀ ਇੱਕ ਜੋ ਟਰੈਵਲ ਏਜੰਸੀ ਦੀ ਜਿਹੜੀ ਮਾਲਕ ਸੀ ਮੈਡਮ ਸੀ ਉਹ ਹੈਗੀ ਸੀ ਬੰਗਾਲਰ ਸੀ, ਵੈਸਟ ਬੰਗਾਲ ਤੋਂ ਸੀ। ਉਸਨੇ ਮੈਨੂੰ ਪਤਾ ਨਹੀਂ ਕਿੱਥੋਂ ਨੰਬਰ ਲੈ ਕੇ ਕੰਟੈਕਟ ਕੀਤਾ ਤੇ ਉਸਨੇ ਮੈਨੂੰ ਪਹਿਲਾਂ ਤਾਂ ਧਮਕੀ ਦੇਣੀ ਸ਼ੁਰੂ ਕਰ ਦਿੱਤੀਆਂ ਕਿ ਅਸੀਂ ਜਿਹੜੀ ਸਾਡੀ ਇੱਥੇ ਬਹੁਤ ਜ਼ਿਆਦਾ ਹੈਗੀ ਆ ਪਹੁੰਚ ਹੈਗੀ ਆ, ਸਾਡੀ ਪੁਲਿਸ ਨਾਲ ਜਾਂ ਇੱਥੋਂ ਦੀ ਗਵਰਨਮੈਂਟ ਨਾਲ ਬਹੁਤ ਹੈਗੀ ਆ ਗੱਲਬਾਤ, ਅਸੀਂ ਤੁਹਾਨੂੰ ਇੱਥੋਂ ਬਾਹਰ ਨਹੀਂ ਜਾਣ ਦੇ ਸਕਦੇ, ਅਸੀਂ ਤੁਸੀਂ ਕੁਝ ਨਹੀਂ ਸਾਡਾ ਕਰ ਸਕਦੇ। ਜਦ ਅਸੀਂ ਉਹਨੇ ਕੋਸ਼ਿਸ਼ ਕੀਤੀ ਕਿ ਲੜਕੀ ਜਿਹੜੀ ਆ ਉਹ ਅਸੀਂ ਵਾਪਸ ਉਹਦੇ ਮੈਡਮ ਦੀ ਜਿਹੜੀ ਏਜੰਸੀ ਉੱਥੇ ਭੇਜ ਦਈਏ, ਜਦੋਂ ਅਸੀਂ ਇਸ ਗੱਲ ਲਈ ਰਾਜੀ ਨਹੀਂ ਹੋਏ ਕਿ ਨਹੀਂ ਅਸੀਂ ਇਦਾਂ ਲੜਕੀ ਨੂੰ ਹੁਣ ਵਾਪਸ ਏਜੰਸੀ ਨਹੀਂ ਭੇਜਣਾ, ਉਹ ਵੈਸੇ ਪਹੁੰਚ ਚੁੱਕੀ ਹੈ, ਉਹ ਤਾਂ ਹੁਣ ਇੰਡੀਆ ਜਾਊਗੀ। ਤੇ ਉਸਨੇ ਮੈਨੂੰ ਇਹ ਧਮਕੀ ਦਿੱਤੀ ਕਿ ਤੂੰ ਇੱਥੋਂ 100 ਸਾਲ ਨਾ ਤਾਂ ਲੜਕੀ ਨੂੰ ਲੈ ਕੇ ਜਾ ਸਕਦਾ ਨਾ ਖੁਦ ਆਪਣੇ ਇੰਡੀਆ ਜਾ ਸਕਦਾ। ਯਾਨੀ ਕਿ ਇਸ ਹੱਦ ਤੱਕ ਜਿਹੜੀਆਂ ਉਹ ਸਾਨੂੰ ਧਮਕੀਆਂ ਉੱਥੇ ਵੱਧ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਈਵਨ ਕਿ ਇੱਕ ਪੰਜਾਬ ਦੀ ਟਰੈਵਲ ਏਜੰਸੀ ਵੀ ਹੈਗੀ ਸੀ ਜਿਸਨੇ ਵੀ ਮੈਨੂੰ ਉੱਥੇ ਕੋਸ਼ਿਸ਼ ਕੀਤੀ ਸਾਨੂੰ ਧਮਕੀਆਂ ਦੇਣ ਦੀ ਕਿ ਤੁਸੀਂ ਇਹ ਕੰਮ ਬੰਦ ਕਰ ਦਿਓ, ਤੁਸੀਂ ਲੜਕੀਆਂ ਲੈ ਕੇ ਨਿਕਲਦੇ ਹੋ ਤੋਂ ਤੇ ਤੁਸੀਂ ਇਹ ਜਿਹੜਾ ਕੰਮ ਇਹ ਨਾ ਕਰਿਆ ਕਰੋ। ਬਿਲਕੁਲ। ਔਰ ਦੂਜੇ ਪਾਸੇ ਜੇਕਰ ਗੱਲ ਕਰੀਏ ਭਾਰਤ, ਇਹ ਲੜਕੀਆਂ ਜਦੋਂ ਪਹੁੰਚਦੀਆਂ ਨੇ ਤਾਂ ਕੀ ਤੁਹਾਡੀ ਸੁਸਾਇਟੀ ਨੂੰ ਕੋਈ ਕ੍ਰੈਡਿਟ ਮਿਲਦਾ ਜਾਂ ਨਹੀਂ ਮਿਲਦਾ?
ਦੇਖੋ ਜੀ, ਕ੍ਰੈਡਿਟ ਤਾਂ ਪਹਿਲੀ ਅਸੀਂ ਕ੍ਰੈਡਿਟ ਲੈਣ ਵਾਸਤੇ ਕੰਮ ਨਹੀਂ ਕਰਦੇ। ਅਸੀਂ ਜੋ ਹਰਨੇਕ ਭਾਈ ਦੀ ਸੋਚ ਹੈ, ਜਿਹੜੀ ਉਹਨਾਂ ਨੇ ਇੱਕ ਸੋਚ ਦੇ ਤਹਿਤ ਕੰਮ ਕਰਦੇ ਨੇ ਕਿ ਅਸੀਂ ਕਿਸੇ ਦੀ ਹੈਲਪ ਕਰਨੀ ਹੈ। ਜਿਹੜਾ ਅਸੀਂ ਸਾਰੇ ਰਲ ਕੇ ਇੱਕ ਗਰੁੱਪ ਦੇ ਵਿੱਚ, ਜਿਹੜਾ ਸਾਡਾ 4000 ਬੰਦੇ ਦਾ ਗਰੁੱਪ ਹੈ, ਅਸੀਂ ਗਰੁੱਪ ਦੇ ਵਿੱਚ ਜੀ ਹਰ ਕਿਸੇ ਦੀ ਹੈਲਪ ਕਰਦੇ ਹਾਂ। ਤੇ ਉਸ ਦੇ ਵਿੱਚ ਫਿਰ ਵੀ ਸਾਨੂੰ ਹੁੰਦਾ ਹੈ ਕਿ ਜਦੋਂ ਸਾਡੇ ਕਿਸੇ ਗਰੁੱਪ ਨੇ ਆਪਣੀ ਜਾਨ ਤੇ ਖੇਡ ਕੇ ਜੇ ਕੋਈ ਕੰਮ ਕੀਤਾ ਤਾਂ ਉਸਨੂੰ ਐਪਰੀਸ਼ੀਏਟ ਕੀਤਾ ਜਾਵੇ। ਪਰ ਬਹੁਤ ਸਾਰੇ ਇਹੋ ਜਿਹੇ ਕੰਮ ਜੀ ਹੁੰਦੇ ਆ ਜਿਨ੍ਹਾਂ ਵਿੱਚ ਉਹਨਾਂ ਨੂੰ ਐਪਰੀਸ਼ੀਏਟ ਤਾਂ ਕੀ ਕਰਨਾ ਹੈ, ਉਹ ਕਿਸੇ ਦੇ ਸਾਹਮਣੇ ਵੀ ਨਹੀਂ ਆਉਂਦੀ। ਈਵਨ ਕਿ ਇਸ ਤਰ੍ਹਾਂ ਬਹੁਤ ਸਾਰੇ ਕੇਸ ਹੋਏ ਆ। ਇੱਕ ਪਿੱਛੇ ਲੜਕੀ ਸੀ ਜੋ ਜਿਸ ਨੂੰ ਅਸੀਂ ਉੱਥੋਂ ਰੈਸਕਿਊ ਦੁਬਈ ਤੋਂ ਕੀਤਾ ਸੀਗਾ, ਤੇ ਉਸਨੂੰ ਬੰਬੇ ਅਸੀਂ ਉਸਨੂੰ ਜੋ ਕਿ ਪੂਰੀ ਸਹਾਇਤਾ ਵੀ ਕੀਤੀ ਗਈ ਸੀ, ਫਿਜ਼ੀਕਲ ਜੋ ਹੈ ਜੀ ਫਾਈਨੈਂਸ਼ੀਅਲ ਸਹਾਇਤਾ ਵੀ ਕੀਤੀ ਗਈ। ਉਸ ਤੋਂ ਬਾਅਦ ਉਹ ਲੜਕੀ ਨੇ ਦਿੱਲੀ 에ਅਰਪੋਰਟ ਤੇ ਬੈਕ ਸਾਈਡ ਤਾਂ ਨਿਕਲ ਗਈ ਸੀ, ਜਦਕਿ ਸਾਡੇ ਗਰੁੱਪ ਮੈਂਬਰਸ ਨੂੰ ਰਿਸੀਵ ਕਰਨ ਵੀ ਪਹੁੰਚੇ ਹੋਏ ਸੀ। ਫਿਰ ਕੁਝ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਨੂੰ ਰੈਸਕਿਊ ਕਰਦੇ ਤਾਂ ਬਹੁਤ ਸਾਰੇ ਜਿਹੜੇ ਮੰਤਰੀ ਨੇ ਉਹ ਅੱਗੇ ਉਦੋਂ ਜੋ ਰੈਸਕਿਊ ਅਸੀਂ ਕਰਦੇ ਤਾਂ ਅੱਗੇ ਮੰਤਰੀ ਕ੍ਰੈਡਿਟ ਲੈਂਦੇ ਆ ਕਿ ਅਸੀਂ ਉੱਥੋਂ ਰੈਸਕਿਊ ਕਰਵਾਇਆ, ਅਸੀਂ 1 ਘੰਟੇ ਜੇ ਕੀਤਾ, ਅਸੀਂ ਉਹ ਕੀਤਾ, ਜਦਕਿ ਕੁਝ ਵੀ ਨਹੀਂ ਹੁੰਦਾ ਪਰਦੇ ਪਿੱਛੇ। ਅਗਲਾ ਸਵਾਲ ਇਹ ਸੀ ਪਰਮਪਾਲ ਜੀ ਕਿ ਕੀ ਕੋਈ ਸਰਕਾਰੀ ਮਦਦ ਵੀ ਤੁਹਾਨੂੰ ਮਿਲਦੀ ਹੈ, ਕਿਉਂਕਿ ਜਦੋਂ ਅਜਿਹੇ जोखिम भरे काम ਨੂੰ ਅੰਜਾਮ ਦੇ ਦਿੱਤਾ ਜਾਂਦਾ ਔਰ ਅਖੀਰ ਵਿੱਚ ਜਦੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤਾਂ ਕੋਈ ਨਾ ਕੋਈ ਮੰਤਰੀ ਸਾਹਿਬਾਨ ਅੱਗੇ ਆ ਜਾਂਦੇ ਨੇ ਔਰ ਸਾਰਾ ਜਿਹੜਾ ਸ਼ੇਅਰ ਹੈ ਉਹ ਆਪਣੇ ਸਿਰ ਮੱਥੇ ਮੜਦੇ ਨੇ। ਤਾਂ ਕੀ ਕੋਈ ਸਰਕਾਰੀ ਮਦਦ ਵੀ ਮਿਲਦੀ ਹੈ ਜਾਂ ਸਿਰਫ ਜਿਹੜੇ ਮੰਤਰੀ ਨੇ ਉਹ ਆਖਰੀ ਵਿੱਚ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਹੋਣ ਲਈ ਆ ਜਾਂਦੇ ਨੇ, ਸਿਰਫ ਆਪਣੇ ਉੱਤੇ ਜਿਹੜੇ ਨੇ ਹਾਰ ਪਵਾਉਣ ਲਈ ਆ ਜਾਂਦੇ ਨੇ? ਨਹੀਂ ਸਰ, ਜਿੱਥੋਂ ਤੱਕ ਮੈਨੂੰ ਪਤਾ ਅਜੇ ਤੱਕ ਸਰਕਾਰੀ ਮਦਦ ਤਾਂ ਕੋਈ ਏਜੰਸੀ ਨੂੰ ਨਹੀਂ ਕਿਤੇ ਨੇ ਦਿੱਤੀ, ਤੇ ਸਿਰਫ ਕ੍ਰੈਡਿਟ ਲੈਣ ਲਈ ਅੱਗੇ ਜ਼ਰੂਰ ਆਉਂਦੇ ਨੇ। ਅਜੇ ਤੱਕ ਸਰਕਾਰੀ ਮਦਦ ਤਾਂ ਕੀ ਕਿਸੇ ਨੇ ਇਹ ਵੀ ਨਹੀਂ ਕਿਹਾ ਕਿ ਚਲੋ ਤੁਸੀਂ ਜੇ ਇੰਨਾ ਵਧੀਆ ਕੰਮ ਕਰ ਰਹੇ ਹੋ, ਸਾਡੀ ਕਿਤੇ ਹੈਲਪ ਦੀ ਲੋੜ ਹੋਈ ਤਾਂ ਦੱਸਿਓ। ਅਜੇ ਤੱਕ ਕਦੀ ਨਹੀਂ ਹੋਇਆ। ਤੇ ਕਮਲਜੀਤ ਕੌਰ ਜੀ, ਤੁਸੀਂ ਇੱਥੇ ਕੀ ਕਹਿਣਾ ਚਾਹੋਗੇ? ਕੀ ਕੋਈ ਵਾਪਿਸ ਆ ਕੇ ਸਰਕਾਰ ਨੇ ਤੁਹਾਡੇ ਤੋਂ ਪੁੱਛਿਆ, ਕੋਈ ਤੁਹਾਡੀ ਕੰਪਲੇਂਟ ਰਜਿਸਟਰ ਹੋਈ ਉਸ ਟਰੈਵਲ ਏਜੰਟ ਦੇ ਖਿਲਾਫ? ਵਿੱਚ ਤੇ ਫਿਰ ਮੋਗਾ ਜ਼ਿਲ੍ਹੇ ਦੇ ਵਿੱਚ ਅਸੀਂ ਐਸਐਸਪੀ ਦਫ਼ਤਰ ਗਏ ਆ, ਉੱਥੇ ਕੰਪਲੇਂਟ ਕੀਤੀ ਆ, ਪਰ ਸਾਡੀ ਕੋਈ ਸੁਣਵਾਈ ਅੱਜ ਤਾਈਂ ਨਹੀਂ ਹੋਈਗੀ। ਸਾਨੂੰ ਜੇਕਰ ਉਹਨਾਂ ਨੇ ਥਾਣੇ ਦੇ ਵਿੱਚ ਬੁਲਾਇਆ ਵੀ ਆ ਤਾਂ ਏਜੰਟ ਦੇ ਸਾਹਮਣੇ ਸਾਨੂੰ ਵੀ ਬੁਰਾ ਭਲਾ ਬੋਲਿਆ ਵਾ, ਤੇ ਏਜੰਟ ਨੂੰ ਹੋਰ ਵੀ ਉਹਨਾਂ ਨੇ ਜਾਣੀ ਦੀ ਉਹਨਾਂ ਨੂੰ ਜਾਗਰੂਕ ਕਰਤਾ ਵਾ। ਸਾਡੀ ਕੋਈ ਸੁਣਾਈ ਨਹੀਂ ਹੋ ਰਹੀ। और कमल जी, आखिर कारण की रहे मस्कट, आखिर कारण की सी की लोड़ पई सी जान दी मस्कट? क्योंकि किते ना किते हमेशा ਅਸੀਂ ਦੇਖਦੇ ਹਾਂ ਧੋਖੇਬਾਜ਼ ਜਿਹੜੇ ਟਰੈਵਲ ਏਜੰਟ ਹੁੰਦੇ ਨੇ ਉਹਨਾਂ ਦੀਆਂ ਕਹਾਣੀਆਂ ਅਕਸਰ ਅਖਬਾਰਾਂ ਵਿੱਚ ਛਪਦੀਆਂ ਨੇ, ਵੱਖ-ਵੱਖ ਟੀਵੀ ਚੈਨਲ ਤੇ ਵੀ ਆਉਂਦੀਆਂ ਨੇ, ਸੋਸ਼ਲ ਮੀਡੀਆ ਤੇ ਵੀ, ਫੇਸਬੁੱਕ, YouTube ਤੇ ਵੀ ਭਰੇ ਪਏ ਨੇ ਕਿ ਧੋਖੇਬਾਜ਼ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਤੋਂ ਬਚੋ। ਪਰ ਫਿਰ ਵੀ ਤੁਹਾਡੇ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਨੇ ਹਮੇਸ਼ਾ ਟਰੈਵਲ ਏਜੰਟਾਂ ਦੇ ਚੱਕਰ ਵਿੱਚ ਫਸ ਜਾਂਦੇ ਨੇ। ਉਸਦਾ ਮੁੱਖ ਕਾਰਨ ਕੀ ਹੈ? ਅੱਜ ਤੁਸੀਂ ਦੱਸਣਾ ਕੀ ਚਾਹੋਗੇ, ਕਿਉਂਕਿ ਆ ਕੀ ਮੁੱਖ ਕਾਰਨ ਹੈਗਾ ਜੋ ਤੁਹਾਡੇ ਵਰਗੇ ਜਿਹੜੇ ਲੋਕਾਂ ਨੂੰ, ਭੋਲੇ ਭਾਲੇ ਜਿਹੜੇ ਲੋਕ ਹੁੰਦੇ ਨੇ ਉਹ ਟਰੈਵਲ ਏਜੰਟਾਂ ਦੇ ਚੱਕਰਾਂ ਵਿੱਚ ਫਸ ਜਾਂਦੇ ਨੇ? ਸਰ ਜੀ, ਟਰੈਵਲ ਏਜੰਟ ਸਾਨੂੰ ਉਹਨਾਂ ਨੇ ਬਸ ਗੱਲ ਹੀ ਇਹੋ ਜਿਹੀ ਕਹੀ ਆ ਕਿ ਵਧੀਆ ਤੁਹਾਡਾ ਘਰ-ਬਾਰ ਬਣ ਜੂਗਾ, ਵਧੀਆ ਬੱਚੇ ਦੀ ਲਾਈਫ ਬਣ ਜੂਗੀ, ਪੜ੍ਹਾਓਗੇ ਲਿਖਾਓਗੇ ਤੇ ਦਿਹਾੜੀਆਂ ਕਰ ਰਹੇ ਆ। ਤੇ ਮੈਂ ਹਸਪੀਟਲ ਦਾ ਕੰਮ ਕਰ ਰਹੀ ਸੀ ਆਸ਼ਾ ਵਰਕਰ ਦੇ ਵਿੱਚ, ਮੈਨੂੰ ਕਹਿੰਦੀ ਘਰ ਘਰ ਜਾਨੀ ਆ ਤੂੰ, ਮੱਥਾ ਮਾਰਦੀ ਆ, ਤੈਨੂੰ 10-20 ਰੁਪਏ ਬਣਦੇ ਆ ਦਿਹਾੜੀ ਦੇ, ਕਿੰਨੇ ਬਣਦੇ ਆ, ਉੱਥੇ ਜਾਏਗੀ ਤੇਰਾ 35 ਕਿੱਥੇ, ਕਹਿੰਦੀ ਤੂੰ ਪੈਸਿਆਂ ਦੇ ਵਿੱਚ ਤੇ ਕਿੱਥੇ ਹਜ਼ਾਰਾਂ ਦੇ ਵਿੱਚ ਤੈਨੂੰ ਪੇਮੈਂਟ ਮਿਲਣੀ ਆ। ਪਰ ਅਸੀਂ ਤਾਂ ਸਰ ਜੀ ਵਾਅਦੇ ਨੂੰ ਹੀ ਗਏ ਸੀ ਕਿ ਬੱਚੇ ਪੜ੍ਹਾਵਾਂਗੇ ਲਿਖਾਵਾਂਗੇ, ਵੀ ਬੱਚੇ ਵਧੀਆ ਸਕੂਲਾਂ ਵਿੱਚ ਪੜ੍ਹਨ, ਪਰ ਸਾਨੂੰ ਨਹੀਂ ਸੀ ਪਤਾ ਵੀ ਏਜੰਟ ਨੇ ਸਾਡੇ ਨਾਲ ਧੋਖਾ ਕਰਨਾ ਏ। ਅਸੀਂ ਤਾਂ ਪੈਸੇ ਵੀ ਆਪਣੀ ਥਾਂ ਦੀ ਰਜਿਸਟਰੀ ਰੱਖ ਕੇ ਫਿਰ ਦੇਣ ਭਰੇ ਸੀਗੇ, ਤੇ ਜੋ ਕਿ ਸਾਡੇ ਨਾਲ ਇਹਨੇ ਬਹੁਤ ਵੀ ਸਾਨੂੰ ਇਹਨੇ ਖਰਾਬ ਕੀਤਾ ਹੈ। ਜੀ, ਔਰ ਤੁਸੀਂ ਬਿਲਕੁਲ ਸ਼ੁਰੂਆਤ ਵੀ ਦੱਸਿਆ ਸੀਗਾ ਕਿ ਤੁਸੀਂ ਜਾਣ ਦੀ ਤਾਂ ਪੈਸੇ ਦਿੱਤੇ ਹੀ ਨੇ, ਪਰ ਜਦੋਂ ਤੁਸੀਂ ਵਾਪਿਸ ਆਉਣ ਦੀ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਤੁਹਾਡੇ ਪਰਿਵਾਰ ਤੋਂ ਵੀ ਹੋਰ ਪੈਸੇ ਮੰਗੇ ਸਨ। ਜਿਵੇਂ ਤੁਸੀਂ ਸਾਨੂੰ ਦੱਸਿਆ ਸੀ ਕਿ ਹੋਰ ਪੈਸੇ ਮੰਗੇ ਸਨ, ਤਾਂ ਉਹ ਕਿੰਨੇ ਪੈਸੇ ਹੋਰ ਮੰਗੇ ਗਏ ਸੀ ਕਿ ਤੁਹਾਨੂੰ ਅਸੀਂ ਵਾਪਿਸ ਬੁਲਾਵਾਂਗੇ? ਹਾਂਜੀ ਸਰ, ਸਾਡੇ ਘਰਦਿਆਂ ਨੇ ਜਦੋਂ ਇਹ ਮੈਨੂੰ ਜ਼ਿਆਦਾ ਟੌਰਚ ਕਰਨ ਲੱਗ ਗਈ, ਉੱਥੇ ਜ਼ਿਆਦੇ ਜਾਣੀ ਦੀ ਕਿ ਮੈਂ ਜ਼ਿਆਦਾ, ਮੇਰੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਦਫ਼ਤਰ ਦੇ ਵਿੱਚ। ਇਹਨਾਂ ਨੇ ਤੀਜੇ ਦਫ਼ਤਰ ਦੇ ਵਿੱਚ ਜਦੋਂ ਮੈਨੂੰ ਵੇਚਿਆ, ਮੈਨੂੰ ਪਤਾ ਲੱਗਾ ਕਿ ਇਹਨੇ ਮੇਰੀ ਅੱਗੇ ਸਪਲਾਈ ਹੋਰ ਕਰਤੀ ਹੈ, ਵੀ ਇਹਨੇ ਅੱਗੇ ਏਜੰਟ ਹੋਰ ਪੈਸੇ ਲੈ ਲਏ ਆ ਮੇਰੇ ਤਾਂ। ਤੇ ਫਿਰ ਮੈਂ ਆਪਣੇ ਘਰਦਿਆਂ ਨੂੰ ਫੋਨ ਲਾਇਆ ਵੀ ਮੇਰੀ ਬਾਹਲੀ ਜ਼ਿਆਦਾ ਬੁਰੀ ਹਾਲਤ ਕਰਨ ਲੱਗ ਗਿਆ, ਵੀ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਕਢਾਓ। ਵੀ ਜਾਣੀ ਦੀ ਸਰ ਜੀ ਮੈਂ ਸੁਸਾਈਡ ਕਰਨ ਤੋਂ ਇੰਨੀ ਹੋ ਗਈ ਸੀ ਨਾ, ਬਹੁਤ ਜ਼ਿਆਦੇ,
ਫਿਰ ਮੇਰੇ ਘਰਦਿਆਂ ਨੇ ਕਿਹਾ ਵੀ ਤੇਰੇ ਬੱਚੇ ਰੁੱਲ ਜਾਣਗੇ, ਤੂੰ ਇਹ ਕੰਮ ਨਾ ਕਰੀ। ਫਿਰ ਮੇਰੇ ਘਰਦਿਆਂ ਨੇ ਦੋ ਸਰਪੰਚ ਪਿੰਡ ਕਾਲੇ ਕਿਆਂ ਦਾ ਲਿਆ ਨਾਲ, ਇੱਕ ਬੀਬੀ ਮੁਖੀ ਹੈ ਇੱਥੋਂ ਦੀ ਬਾਘਾ ਪੁਰਾਣਾ ਦੀ, ਉਹਨਾਂ ਨੂੰ ਨਾਲ ਲਿਆ। ਇਹਨਾਂ ਦੇ ਘਰ ਜਾ ਕੇ, ਮੇਰੀ ਏਜੰਟ ਦੇ ਘਰ ਜਾ ਕੇ 30,000 ਰੁਪਇਆ ਫੇਰ ਦੇ ਕੇ ਆਏ ਆ। 10,000 ਮੇਰੇ ਕੋਲੋਂ ਮੇਰੇ ਘਰਦਿਆਂ ਨੇ ਪਾਇਆ ਸੀ ਮੈਨੂੰ ਉੱਧਰ, ਉਹ ਵੀ ਇਹਨਾਂ ਨੇ ਮੇਰੇ ਤੋਂ ਉੱਥੇ ਹੀ ਖੋਲਿਆ ਸੀਗਾ ਮਾਰਕੀਟ ਦੇ ਵਿੱਚ, ਦਫ਼ਤਰ ਵਾਲਿਆਂ ਨੇ। ਇਹ ਮੇਰੀ ਏਜੰਟ ਨੇ ਫੋਨ ਲਾਤਾ ਕਿ ਇਹਦੇ ਕੋਲ ਜਿਹੜਾ ਪੈਸਾ ਤੇ ਹੈ ਸਾਰਾ ਕੁਝ ਖੋਲੋ, ਕਿਉਂਕਿ ਵੀ ਇਹ ਆਸੇ ਪਾਸੇ ਨਾ ਕਿਤੇ ਜਾ ਸਕੇ। ਤੇ ਇਹਨਾਂ ਨੇ ਵੀ ਸਰਪੰਚ ਦੇ ਸਾਹਮਣੇ ਸਰਪੰਚ ਦੇ ਘਰੇ ਜਾ ਕੇ ਹੀ ਪੈਸੇ ਦਿੱਤੇ ਆ। ਕਹਿੰਦੇ ਕਿ ਵੀ ਉਹਨਾਂ ਨੂੰ ਤੁਸੀਂ ਹੁਣ ਮੰਗਾ ਕੇ ਦਓ ਕਿ ਅਸੀਂ ਤੁਹਾਨੂੰ ਪੈਸੇ ਹੋਰ ਭਰਤੇ ਆ। 70,000 ਇੱਕ ਲੈ ਲਿਆ, 50,000 ਇੱਕ ਲੈ ਲਿਆ, 40 ਇੱਕ ਲੈ ਲਿਆ ਸਾਡੇ ਤੋਂ ਇਹਨੇ। ਪਰ ਇਹਨੇ ਮੈਨੂੰ ਮੰਗਾ ਕੇ ਨਹੀਂ ਦਿੱਤਾ। ਆਈਆਂ ਤਾਂ ਮੈਂ ਸਿਰਫ ਸਰਦਾਰ ਰੰਧਾਵਾ ਸਿੰਘ ਜੀ, ਅਨੇਕ ਰੰਧਾਵਾ ਸਿੰਘ ਜੀ ਦੀ ਹੈਲਪ ਨਾਲ ਮੈਂ ਆਪਣੇ ਬੱਚਿਆਂ ਦੇ ਵਿੱਚ ਸਹੀ ਸਲਾਮਤ ਪਹੁੰਚੀ ਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤੇ ਉੱਥੋਂ ਦੀ ਵਾਪਸੀ ਦੀ ਟਿਕਟ ਤੁਹਾਨੂੰ ਕਿੱਥੋਂ ਦਿੱਤੀ ਸੀ? ਇੰਡੀਅਨ ਐਮਬੈਸੀ ਨੇ ਦਿੱਤੀ ਸੀ ਜਾਂ ਫਿਰ ਅਨੇਕ ਰੰਧਾਵਾ ਹੈਲਪਲਾਈਨ ਵੱਲੋਂ ਤੁਹਾਨੂੰ ਟਿਕਟ ਦਿੱਤੀ ਗਈ ਸੀ? ਸਰ ਜੀ ਮੈਨੂੰ ਤਾਂ ਇਹ ਹੁਣ ਇਹਨਾਂ ਨੇ ਮੇਰੇ ਹਿਸਾਬ ਨਾਲ ਟਿਕਟ ਕਰਾਈ ਆ, ਸਰਦਾਰ ਰੰਧਾਵਾ ਸਿੰਘ ਜੀ ਉਹਨਾਂ ਨੇ ਕਰਾਈ ਆ ਮੇਰੀ ਟਿਕਟ ਸਰ। ਤੇ ਇੱਕ ਹੋਰ ਗੱਲ ਵੀ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਟਰੈਵਲ ਏਜੰਟ ਜਿਹੜੇ ਤੁਹਾਨੂੰ ਸਬਜ਼ ਬਾਗ ਵਿਖਾਉਂਦੇ ਨੇ ਔਰ ਤੁਹਾਨੂੰ ਉੱਥੇ ਭੇਜਦੇ ਸਨ, ਵੱਡੇ ਵੱਡੇ ਵਾਅਦੇ ਵੀ ਕੀਤੇ ਗਏ, ਤੁਸੀਂ ਕਦੀ ਸੋਚਿਆ ਨਹੀਂ ਕਿ ਇਹ ਲਾਇਸੈਂਸ ਸ਼ੁਦਾ ਵੀ ਟਰੈਵਲ ਏਜੰਟ ਹੈਗੇ ਨੇ ਜਾਂ ਨਹੀਂ ਹੈਗੇ? ਸਰਕਾਰ ਵੱਲੋਂ ਇਹਨਾਂ ਨੂੰ ਕੋਈ ਮਾਨਤਾ ਵੀ ਮਿਲੀ ਹੋਈ ਹੈ ਜਾਂ ਨਹੀਂ ਮਿਲੀ ਹੋਈ? ਚਲੋ ਪੁੱਛ ਹੀ ਲੈਂਦੇ ਹਾਂ। ਨਹੀਂ ਸਰ, ਮੇਰੀ ਏਜੰਟ ਕੋਲੇ ਕੁਝ ਨਹੀਂ। ਜਦੋਂ ਹੁਣ ਸਾਨੂੰ ਬਾਘਾ ਪੁਰਾਣਾ ਥਾਣੇ ਦੇ ਵਿੱਚ ਬੁਲਾਇਆ ਤੇ ਮੇਰੀ ਜਿਹੜੀ ਨਾਲ ਮੁੱਕੀ ਗਈ ਸੀਗੀ ਬੀਬੀ ਅਮਰਜੀਤ ਕੌਰ, ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਸਰ ਇਹਦੇ ਕੋਲੇ ਕੋਈ ਅਹੁਦਾ ਦੇਖੋ, ਕੋਈ ਇਹਨਾਂ ਦਾ ਆਇਡੈਂਟੀ ਕਾਰਡ ਦੇਖੋ ਜੋ ਕਿ ਇਹ ਭੇਜ ਰਹੇ ਆ। ਤੇ ਮੈਨੂੰ ਅੱਗੋਂ ਮੇਰੇ ਪੁਲਿਸ ਮੁਲਾਜ਼ਮ ਨੇ ਮੈਨੂੰ ਇਹ ਬੋਲਿਆ ਕਿ ਇਹ ਕਿਹੜਾ ਨਾਨਕੀ ਗਈ ਸੀ, ਇਹ ਨਾ ਜਾਂਦੀ। ਸਰ ਜੀ ਮੈਂ ਨਾਨਕਿਆਂ ਬਾਰੇ ਤਾਂ ਮੈਂ ਕੋਈ, ਜੇ ਮੇਰੇ ਨਾਨਕੇ ਹੁੰਦੇ ਤਾਂ ਮੈਂ ਉੱਥੇ ਇੰਨੀ ਖਰਾਬ ਕਿਉਂ ਹੁੰਦੀ? ਸਰ ਵੱਡੇ ਵੱਡੇ ਲੋਕਾਂ ਦੇ ਵੀ ਬੱਚੇ ਜਾਂਦੇ ਆ, ਉਹ ਕੋਈ ਇਹ ਨਹੀਂ ਸੋਚ ਕੇ ਜਾਂਦੇ ਵੀ ਅਸੀਂ ਨਾਨਕੀ ਚੱਲੇ ਆ। ਨਹੀਂ ਸਰ, ਤੇ ਮੇਰੇ ਪੁਲਿਸ ਮੁਲਾਜ਼ਮਾਂ ਨੇ ਮੈਨੂੰ ਇੰਨੀ ਗੱਲ ਬੋਲਤੀ ਵੀ ਇਹ ਨਾ ਜਾਂਦੀ, ਵੀ ਅਸੀਂ ਕਿਹੜਾ ਇਹਨੂੰ ਭੇਜਿਆ ਇਹ ਵੀ ਜਾਂ ਸਾਨੂੰ ਦੱਸ ਕੇ ਗਈ ਆ ਵੀ ਜਾਂ ਇਹ ਨਾਨਕੀ ਗਈ ਸੀ। ਮੈਨੂੰ ਮੇਰੇ ਪੁਲਿਸ ਮੁਲਾਜ਼ਮਾਂ ਨੇ ਇਹ ਜਵਾਬ ਦਿੱਤਾ ਮੇਰੀ ਠੱਗ ਏਜੰਟ ਦੇ ਕੋਲ ਬੈਠ ਕੇ। ਠੀਕ ਹੈ ਪਰਮਪਾਲ ਜੀ, ਜਿਵੇਂ ਇਲਜ਼ਾਮ ਲਗਾਇਆ ਜਾ ਰਿਹਾ ਕਮਲਜੀਤ ਵੱਲੋਂ ਕਿ ਇਹਨਾਂ ਨੇ ਆਪਣੇ ਵੱਲੋਂ ਪੁਲਿਸ ਵਿੱਚ ਕੰਪਲੇਂਟ ਵੀ ਕਰਾਈ ਹੈ ਤੇ ਉਹਦੀ FIR ਕਰਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਪੁਲਿਸ ਵੱਲੋਂ ਵੀ ਕੋਈ ਸੁਣਵਾਈ ਇਹਨਾਂ ਦੀ ਨਹੀਂ ਕੀਤੀ ਗਈ, ਤਾਂ ਇਹ ਸਮਝਿਆ ਜਾਏ ਕਿ ਸਾਰੀ ਇਹ ਇੱਕ ਮਿਲੀ ਭੁਗਤ ਹੀ ਹੈ, ਸਾਰਾ ਇੱਕ ਪੂਰਾ ਗੈਂਗ ਬਣਿਆ ਹੋਇਆ ਟਰੈਵਲ ਏਜੰਟਾਂ ਦਾ, ਕਿਉਂਕਿ ਇਹ ਜੇ ਭੋਲੇ ਭਾਲੇ ਲੋਕਾਂ ਨੂੰ ਵਰਗ ਲਾਉਂਦੇ ਨੇ ਤੇ ਫਿਰ ਮੋਟੀ ਕਮਾਈ ਕਰਦੇ ਨੇ। ਹਾਂਜੀ ਹਾਂਜੀ ਬਿਲਕੁਲ, ਇਹ ਤਾਂ ਸਭ ਕੁਝ ਸਾਫ਼ ਹੀ ਹੈ। ਜਦੋਂ ਇਹਨਾਂ ਕੁਛ ਇਹ ਕਰ ਰਹੇ ਨੇ ਤੇ ਇਸ ਤੋਂ ਬਾਅਦ ਜਦੋਂ ਪੁਲਿਸ ਕੰਪਲੇਂਟ ਕੀਤੀ ਜਾਂਦੀ ਹੈ ਤਾਂ ਉਲਟਾ ਦੋਸ਼ੀ ਨੂੰ ਫੜਨ ਦੀ ਬਜਾਏ ਤੇ ਜਦੋਂ ਤੁਸੀਂ ਕੰਪਲੇਂਟ ਕਰਨ ਵਾਲੇ ਨੂੰ ਧਮਕਾ ਰਹੇ ਹੋ ਉਲਟਾ ਕਿ ਤੂੰ ਇਦਾਂ ਕਿਉਂ ਕੀਤਾ, ਇਹ ਕੀਤਾ, ਤਾਂ ਫਿਰ ਉਹ ਸਪਸ਼ਟ ਹੋ ਰਿਹਾ ਸਾਹਮਣੇ ਕਿ ਸਾਰਾ ਕੁਝ ਮਿਲੀ ਭੁਗਤਿਆ ਕਿ ਬਹੁਤ ਵੱਡਾ ਗੈਂਗ ਆ ਜਿਹੜਾ ਰਲ ਮਿਲ ਕੇ ਜਿਹੜਾ ਇਹ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਇਹਦੇ ਉੱਪਰ ਜਿਹੜਾ ਕੋਈ ਵੀ ਸਟਾਪ ਨਹੀਂ ਲੱਗ ਰਿਹਾ ਜਾਂ ਕੋਈ ਇੱਕ ਤਰ੍ਹਾਂ ਹੱਲ ਨਹੀਂ ਨਿਕਲ ਰਿਹਾ, ਜਿਹੜਾ ਨਿਕਲਣਾ ਚਾਹੀਦਾ ਕਿ ਇਹ ਕਿੰਨੇ ਲੋਕ ਭੋਲੇ ਭਾਲੇ ਲੋਕ ਜਿਹੜੇ ਇਹਨਾਂ ਠੱਗ ਜਨਤਾ ਦੇ ਸ਼ਿਕਾਰ ਹੋ ਰਹੇ ਆ ਤੇ ਲਗਾਤਾਰ ਹੋ ਰਹੇ ਫਿਰ। ਜੀ ਤੁਸੀਂ ਜਿਹੜੇ ਨੌਜਵਾਨ ਨੇ ਜਾਂ ਮਹਿਲਾਵਾਂ ਨੇ ਤੁਸੀਂ ਉੱਥੇ ਬਚਾ ਕੇ ਤਾਂ ਲਿਆ ਹੀ ਰਹੇ ਹੋ, ਰੈਸਕਿਊ ਤਾਂ ਕਰ ਹੀ ਰਹੇ ਹੋ, ਪਰ ਕੀ ਤੁਸੀਂ ਲੋਕਾਂ ਨੂੰ ਅਗਾਹ ਵੀ ਕਰ ਰਹੇ ਹੋ, ਲੋਕਾਂ ਨੂੰ ਸੁਚੇਤ ਵੀ ਕਰ ਰਹੇ ਹੋ ਕਿ ਜਿਹੜੇ ਟਰੈਵਲ ਏਜੰਟਾਂ ਦੇ ਚੱਕਰਾਂ 'ਚ ਨਾ ਪਾਓ? ਹਾਂਜੀ ਬਿਲਕੁਲ, ਇਹ ਅਸੀਂ ਬਿਲਕੁਲ ਸੁਚੇਤ ਕਰ ਰਹੇ ਹਾਂ ਲੋਕਾਂ ਨੂੰ ਕਿ ਇਹਨਾਂ ਏਜੰਟਾਂ ਦੇ ਚੱਕਰਾਂ 'ਚ ਨਾ ਪਾਓ। ਜਿਵੇਂ ਈਵਨ ਕਿ ਜਿਵੇਂ ਸੁਖਜਿੰਦਰ ਕੌਰ ਵਰਗੀਆਂ ਤੇ ਭੈਣ ਜੀ ਹੁਣ ਵਰਗੀਆਂ ਜਿਹੜੀਆਂ ਦਲੇਰ ਕੁੜੀਆਂ ਨੇ ਸਾਹਮਣੇ ਆ ਕੇ ਜਦੋਂ ਵੀਡੀਓ ਬਣਾ ਕੇ ਲੋਕਾਂ ਨੂੰ ਇਹ ਦੱਸਦੀਆਂ ਨੇ ਕਿ ਇਹ ਬਿਲਕੁਲ ਤੁਸੀਂ ਇਹਨਾਂ ਏਜੰਟਾਂ ਤੋਂ ਅਵੇਅਰ ਹੋ ਕੇ ਰਹੋ। ਬਲਕਿ ਜਦੋਂ ਤੁਸੀਂ ਕਿਤੇ ਸੋਸ਼ਲ ਮੀਡੀਆ ਤੇ ਕੋਈ ਵੀ ਵੀਰ ਜੀ ਕਦੇ ਸਰਚ ਕਰੇਗਾ ਤਾਂ ਹਰਨੇਕ ਭਾਈ ਦੀਆਂ ਬਹੁਤ ਸਾਰੀਆਂ ਵੀਡੀਓ ਮਿਲ ਜਾਣਗੀਆਂ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਇਹਨਾਂ ਠੱਗ ਏਜੰਟਾਂ ਤੋਂ ਜਿੰਨਾ ਵੀ ਹੋ ਸਕੇ ਬਚ ਕੇ ਰਹੋ। ਇਹ ਜਿਹੜੇ ਸਬਜ਼ ਬਾਗ ਆਉਂਦੇ ਨੇ ਇਹ ਬਾਹਰ ਜਾ ਕੇ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ, ਜਦ ਕਿ ਤੁਸੀਂ ਸਿੱਧੇ ਤੇ ਸਾਫ਼ ਸੁਥਰੇ ਤਰੀਕੇ ਨਾਲ ਜਾਓ। ਬਾਹਰ ਬਹੁਤ ਜਗ੍ਹਾ ਕੰਮ ਕਰਨ ਨੂੰ ਹੈਗੀਆਂ ਨੇ, ਬਹੁਤ ਵਧੀਆ ਲੋਕ ਹੈਗੇ ਨੇ, ਪਰ ਇਹ ਜਿਹੜੇ ਠੱਗ ਏਜੰਟ ਨੇ ਇਹ ਤਾਂ ਸਿਰਫ ਆਪਣੀ ਜੋ ਜੇਬਾਂ ਭਰਨ ਤੇ ਲੱਗੇ ਹੋਏ ਨੇ। ਕਿਹੜੇ ਕਿਹੜੇ ਤੁਸੀਂ ਮੁਲਕ
ਵਕਤ ਦੱਸੋਗੇ ਕਿ ਅਜਿਹੀਆਂ ਕਿਹੜੀਆਂ ਥਾਵਾਂ ਤੁਸੀਂ ਦੱਸੋਗੇ ਜਿੱਥੇ ਕਿ ਅਜਿਹੇ ਸਭ ਤੋਂ ਵੱਧ ਜਿਹੜੇ ਕੇਸ ਨੇ ਉਹ ਸਾਹਮਣੇ ਆਉਂਦੇ ਨੇ ਕਿ ਜਿਹੜੇ ਭੋਲੇ ਭਾਲੇ ਲੋਕ ਉੱਥੇ ਪਹੁੰਚਦੇ ਨੇ, ਉਹਨਾਂ ਦੇ ਪਾਸਪੋਰਟ ਰੱਖ ਲਏ ਜਾਂਦੇ ਨੇ, ਉਹਨਾਂ ਨੂੰ ਵਾਪਸ ਦਿੱਤੇ ਜਾਂਦੇ ਔਰ ਕਈ ਤਰ੍ਹਾਂ ਦੇ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ। ਅਜਿਹੀਆਂ ਕਿਹੜੀਆਂ ਬਹੁਤ ਅਜਿਹੀਆਂ ਥਾਵਾਂ ਹੋਣਗੀਆਂ, ਲੇਕਿਨ ਚੁਣੀਂਦਾ ਕੁਝ ਥਾਵਾਂ ਦਾ ਜ਼ਿਕਰ ਸਾਨੂੰ ਦੱਸ ਸਕਦੇ ਹੋ? ਸਾਰੀਆਂ ਥਾਵਾਂ ਹੋ ਰਿਹਾ ਸਰ, ਜਿਵੇਂ ਅਰਬ ਕੰਟਰੀਆਂ ਪੂਰੀਆਂ ਚ ਕੇਸ ਸਾਹਮਣੇ ਆ ਰਹੇ ਨੇ, ਕੋਈ ਇੱਕ ਥਾਂ ਨਹੀਂ ਹੈ। ਓਮਾਨ ਦੇ ਵਿੱਚ ਆ ਰਹੇ ਨੇ, ਦੁਬਈ ਦੇ ਵਿੱਚ ਆ ਰਹੇ ਨੇ, ਕੁਵੈਤ ਦੇ ਵਿੱਚ ਆ ਰਹੇ ਨੇ, ਸਾਊਦੀ ਦੇ ਵਿੱਚ ਆ ਰਹੇ ਨੇ। ਇਹ ਕਤਰ ਦੇ ਵਿੱਚੋਂ ਲੜਕੇ ਨੂੰ ਬਚਾ ਕੇ ਲੈ ਕੇ ਆਏ ਗਏ ਨੇ। ਤੁਸੀਂ ਜੇਕਰ ਦਾ ਹੈਲਪਲਾਈਨ ਕੈਨੇਡਾ ਦੀ ਜੋ YouTube ਚੈਨਲ ਦੇ ਉੱਪਰ ਵੀਡੀਓ ਦੇਖੋਗੇ ਤਾਂ ਸਾਰੀਆਂ ਹੀ ਜਗ੍ਹਾ ਤੋਂ ਕਿੰਨੀਆਂ ਕੁੜੀਆਂ ਨੂੰ ਰੈਸਕਿਊ ਪਿਛਲੇ ਥੋੜੇ ਸਮੇਂ 'ਚ ਕਰਵਾਇਆ ਗਿਆ ਹੈ। ਇਹ ਇੱਕ ਜਗ੍ਹਾ ਤੇ ਕੋਈ ਵੱਧ ਜਾਂ ਘੱਟ ਕੇਸ ਦੀ ਗੱਲ ਨਹੀਂ ਹੈ, ਹਰ ਜਗ੍ਹਾ ਦੇ ਉੱਪਰ ਇਵੇਂ ਦੇ ਕੇਸ ਜਿਹੜੇ ਉਹ ਮਿਲ ਰਹੇ ਨੇ ਕਿ ਇਹਨਾਂ ਕੰਟਰੀਆਂ ਵਿੱਚ ਜ਼ਿਆਦਾ 90% ਜਿਹੜੀਆਂ ਹਾਊਸਮੇਟ ਕੁੜੀਆਂ ਦਾ ਕਹਿ ਕੇ ਜੋ ਵੀਜ਼ੇ ਦਿੱਤੇ ਜਾਂਦੇ ਨੇ ਤੇ ਉਹ ਹਮੇਸ਼ਾ ਉੱਥੇ ਤੰਗ ਪਰੇਸ਼ਾਨੀ ਹੁੰਦੀ ਹੈ ਜੀ। ਪਰ ਨਾਲ ਹੀ ਅਗਰ ਗੱਲ ਕਰੀਏ ਤਾਂ ਕੀ ਤੁਹਾਡੇ ਜਿਹੜਾ ਇਹ ਮਿਸ਼ਨ ਤੁਸੀਂ ਚਲਾਉਂਦੇ ਹੋ, ਇਹ ਵੱਖ-ਵੱਖ ਥਾਵਾਂ ਦੇ ਹਰ ਮੁਲਕ ਵਿੱਚ ਮੌਜੂਦ ਨੇ ਤੁਹਾਡੇ ਨੁਮਾਇੰਦੇ, ਜਿੱਥੇ ਵੀ ਅਗਰ ਕੋਈ ਕੁੜੀ ਅਗਰ ਜਾਂ ਫਿਰ ਕੋਈ ਨੌਜਵਾਨ ਜਿਹੜਾ ਫਸਿਆ ਹੁੰਦਾ ਹੈ ਉਹਨੂੰ ਬਾਹਰ ਕੱਢਣ ਦੇ ਉਪਰਾਲੇ ਹਰ ਮੁਲਕ ਵਿੱਚ ਕੀਤੇ ਜਾਂਦੇ ਨੇ, ਜਾਂ ਫਿਰ ਤੁਹਾਡੇ ਕੋਈ ਕੁਝ ਖਾਸ ਮੁਲਕ ਵਿੱਚ ਹੀ ਲੋਕ ਮੌਜੂਦ ਨੇ? ਨਹੀਂ, ਇਹ ਇਵਨ ਕਿ ਸਾਡੇ ਹਰ ਮੁਲਕ ਦੇ ਵਿੱਚ ਜੋ ਸਾਡੇ ਰੰਧਾਵਾ ਹੈਲਪਲਾਈਨ ਦੇ ਮੈਂਬਰ ਨੇ, ਅਮਰੀਕਾ ਤਾਂ ਕੈਨੇਡਾ ਵਿੱਚ ਰਹਿੰਦੇ ਨੇ, ਤੇ ਫਿਰ ਵੀ ਉਹ 24 ਘੰਟੇ ਜਿਹੜੇ ਸਾਡੇ ਨਾਲ ਅਟੈਚ ਰਹਿੰਦੇ ਨੇ। ਸਾਡੀ ਸੰਸਥਾ ਦੇ ਸਾਰੇ ਮੈਂਬਰਾਂ ਦੇ ਨਾਲ ਉਹ ਹਰ ਟਾਈਮ ਜਿਹੜੇ ਅਟੈਚ ਨੇ, ਤੇ ਹਰ ਕੰਟਰੀ ਦੇ ਵਿੱਚ ਇੱਕ ਪਾਰਟੀਕੂਲਰ ਗਰੁੱਪ ਵਿੱਚ ਲਾਇਆ ਜਾਂਦਾ ਹੈ। ਜਿਵੇਂ ਸਾਡੀ ਵੂਮਨਸ ਵਿੰਗ ਦੇ ਵਿੱਚ ਇੱਕ ਸਾਡਾ ਵੂਮਨ ਵਿੰਗ ਦੇ ਨਾਂ ਦਾ ਗਰੁੱਪ ਹੈ, ਸਾਊਦੀ ਦੇ ਵਿੱਚ ਸਾਊਦੀ ਵਿੰਗ ਦੇ ਨਾਂ ਦਾ ਗਰੁੱਪ ਹੈ, ਕਤਰ ਦੇ ਵਿੱਚ ਕਤਰ ਵਿੰਗ ਦੇ ਨਾਂ ਦਾ ਗਰੁੱਪ ਹੈ, ਤੇ ਕੁਵੈਤ ਦੇ ਵਿੱਚ ਕੁਵੈਤ ਦਾ ਗਰੁੱਪ ਹੈ। ਇਸ ਤਰ੍ਹਾਂ ਹਰ ਕੰਟਰੀ ਦੇ ਵਿੱਚ ਇੱਕ ਪਾਰਟੀਕੂਲਰ ਗਰੁੱਪ ਵੀ ਚਲਾਇਆ ਜਾਂਦਾ ਹੈ, ਜਿਸ ਤਰ੍ਹਾਂ ਕਿ ਉਸ ਜਗ੍ਹਾ ਦੇ ਵਿੱਚ ਕੁਝ ਵੀ ਜੇ ਕੋਈ ਘਟਨਾ ਹੁੰਦੀ ਹੈ ਇਸ ਤਰ੍ਹਾਂ ਦਾ, ਜੇ ਕੋਈ ਸੋਸ਼ਲ ਮੀਡੀਆ ਕੋਈ ਵੀਡੀਓ ਤੁਹਾਨੂੰ ਸ਼ੋ ਨਜ਼ਰ ਹੁੰਦੀ ਹੈ ਤੇ ਉਸ ਜਗ੍ਹਾ ਦੇ ਜਿਹੜੇ ਗਰੁੱਪ ਦੇ ਮੈਂਬਰ ਨੇ ਉਹਨਾਂ ਵੱਲੋਂ ਹਰੇਕ ਭਾਈ ਵੱਲੋਂ ਐਕਟੀਵੇਟ ਕੀਤਾ ਜਾਂਦਾ ਹੈ। ਫਿਰ ਉਹੀ ਜਿਹੜਾ ਰੈਸਕਿਊ ਆਪਰੇਸ਼ਨ ਜਿਹੜਾ ਪਾਰਟੀਕੂਲਰ ਤਰੀਕੇ ਦੇ ਨਾਲ ਕਰਦੇ ਨੇ। ਈਵਨ ਕਿ ਜਿਸ ਜਗ੍ਹਾ ਤੇ ਸਾਡਾ ਪਹੁੰਚ ਨਹੀਂ ਵੀ ਹੁੰਦੀ, ਜਿਸ ਤਰ੍ਹਾਂ ਪਿੱਛੇ ਕੁਝ ਦੂਸਰੇ ਕੰਟਰੀਆਂ ਤੋਂ ਵੀ ਲੜਕਿਆਂ ਨੂੰ ਬਚਾ ਕੇ ਲੈ ਕੇ ਜਾਂਦਾ ਗਿਆ, ਉਸੇ ਵੇਲੇ ਉੱਥੇ ਫਿਰ ਸਾਨੂੰ ਟਵਿੱਟਰ ਦਾ ਸਹਾਰਾ ਲੈ ਕੇ ਅਸੀਂ ਜੋ ਟਵੀਟ ਕਰਦੇ ਨੇ, ਸਾਡੇ ਰੀਟਵੀਟ ਵਾਰ-ਵਾਰ ਸਾਡੇ ਗਰੁੱਪ ਮੈਂਬਰ ਕਰਦੇ ਨੇ, ਫਿਰ ਉਹ ਰੀਟਵੀਟ ਕਰਕੇ ਅਸੀਂ ਜਿਹੜਾ ਹਾਈ ਅਥਾਰਟੀ ਤੱਕ ਆਪਣੀ ਜੋ ਗੱਲ ਕੰਮ ਦੀ ਗੱਲ ਹੈ ਉਹ ਪਹੁੰਚਾਉਂਦੇ ਹਾਂ। ਫਿਰ ਉਸ ਤੋਂ ਉਹ ਵੀ ਰੈਸਕਿਊ ਆਪਰੇਸ਼ਨ ਤੱਕ ਲਾਏ ਜਾਂਦੇ ਆ। ਔਰ ਦੂਜੇ ਪਾਸੇ ਜੇਕਰ ਭਾਰਤ ਸਰਕਾਰ ਦੀ ਅਸੀਂ ਗੱਲ ਕੀਤੀ ਹੈ, ਤੁਸੀਂ ਤਾਂ ਦੱਸ ਰਹੇ ਹੋ ਕਿ ਭਾਰਤ ਸਰਕਾਰ ਵੱਲੋਂ ਤੁਹਾਨੂੰ ਕੋਈ ਮਦਦ ਨਹੀਂ ਮਿਲ ਪਾ ਰਹੀ, ਪਰ ਜਿਹੜੇ ਭਾਰਤੀ ਐਮਬੈਸੀਆਂ ਵੱਖ-ਵੱਖ ਮੁਲਕਾਂ ਵਿੱਚ ਮੌਜੂਦ ਨੇ, ਕੀ ਉਹ ਅਜਿਹੇ ਜਿਹੜੇ ਲੋਕ ਉੱਥੇ ਫਸ ਜਾਂਦੇ ਨੇ ਉਹਨਾਂ ਦੀ ਗੱਲ ਸੁਣਦੇ ਨੇ, ਜਾਂ ਉਹਨਾਂ ਦੇ ਆਪਣੇ ਵੱਖਰੇ ਪ੍ਰੋਟੋਕਾਲ ਹੁੰਦੇ ਨੇ, ਉਹਨਾਂ ਨੂੰ ਉਹ ਫੋਲੋ ਹੀ ਕਰਨੇ ਪੈਂਦੇ ਨੇ ਭਾਵੇਂ ਇਹਨਾਂ ਦੀ ਜਿੰਨੀ ਮਰਜ਼ੀ ਕੌੜੀ ਦਾਸਤਾਨ ਹੋਵੇ? ਨਹੀਂ, ਅਸੀਂ ਇਹਨੂੰ ਇੱਕ ਜਗ੍ਹਾ ਨਹੀਂ ਕਹਿ ਸਕਦੇ। ਬਹੁਤ ਜਿਹੜੀਆਂ ਐਮਬੈਸੀਆਂ ਨੇ ਉਹਨਾਂ ਵਿੱਚ ਬਹੁਤ ਚੰਗੇ ਲੋਕ ਵੀ ਮੌਜੂਦ ਨੇ ਜਿਹੜੇ ਕਿ ਬਹੁਤ ਜ਼ਿਆਦਾ ਹੈਲਪ ਵੀ ਕਰਦੇ ਨੇ, ਪਰ ਕੁਝ ਐਮਬੈਸੀਆਂ ਹੈਗੀਆਂ ਜਿਹੜੀਆਂ ਜੋ ਕਿ ਪੋਜ਼ਿਟਿਵ ਰੁਖ ਹੁੰਦੀਆਂ, ਕੋਈ ਰੁਚੀ ਨਹੀਂ ਰੱਖਦੀਆਂ ਇਹੋ ਜਿਹੇ ਕੰਮ ਵੱਲ। ਪਰ ਅਸੀਂ ਸਾਰੇ ਐਮਬੈਸੀ ਨੂੰ ਇੱਕ ਜਗ੍ਹਾ ਨਹੀਂ ਕਰ ਸਕਦੇ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਇਹੋ ਜਿਹੇ ਕੇਸ ਹੋਏ ਨੇ ਜਿੱਥੇ ਕਿ ਐਮਬੈਸੀਆਂ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ ਹੈ ਤੇ ਬਹੁਤ ਜ਼ਿਆਦਾ ਸਾਥ ਵੀ ਦਿੱਤਾ, ਤੇ ਕੁਝ ਜਗ੍ਹਾ ਸਾਨੂੰ ਜਿਹੜੇ ਮਾੜੇ ਤਜਰਬੇ ਦਾ ਸਾਹਮਣਾ ਵੀ ਕਰਨਾ ਪਿਆ, ਤੇ ਜੋ ਕਿ ਸਾਨੂੰ ਅਸੀਂ ਆਰਾਮ ਲਾ ਕੇ ਕਹਿ ਸਕਦੇ ਹਾਂ ਕਿ ਉਹ ਵੀ ਆਪਣੇ ਜੋ ਕਿ ਹੈਗੇ ਕਾਨੂੰਨ ਦੇ ਵਿੱਚ ਬੱਧੇ ਹੋਏ ਨੇ, ਤੇ ਉਹਨਾਂ ਦੇ ਕਾਨੂੰਨ ਇਸ ਤਰ੍ਹਾਂ ਦੇ ਨੇ ਜਿਹੜੇ ਉਹਨਾਂ ਨੂੰ ਵੀ ਆਪਣਾ ਪੂਰੀ ਜਿਹੜੀ ਹੈਗੀ ਇਨਕੁਆਇਰੀ ਕਰਕੇ ਤੇ ਫਿਰ ਵੀ ਉਹ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕਰਦੇ ਨੇ। ਤੇ ਬਟ ਕੁਝ ਚੰਗੇ ਲੋਕ ਵੀ ਹੈਗੇ ਨੇ ਐਮਬੈਸੀਆਂ ਵਿੱਚ ਜਿਹੜੇ ਕਿ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਨੇ। ਕਮਲਜੀਤ ਕੌਰ ਜੀ, ਤੁਹਾਨੂੰ ਕਹਿਣਾ ਚਾਹਾਂਗੇ ਕਿਉਂਕਿ ਹੁਣ ਤੁਸੀਂ ਇਸ ਸਮੇਂ ਭੋਗੀ ਵੀ ਹੈਗੇ ਹੋ, ਤੁਸੀਂ ਬਾਹਰ ਦਾ ਜਾ ਕੇ ਦੇਖ ਵੀ ਆ ਚੁੱਕੇ ਹੋ ਕਿ ਕਿਸ ਤਰ੍ਹਾਂ ਦਾ ਸਲੂਕ ਹੁੰਦਾ, ਕਿਸ ਤਰ੍ਹਾਂ ਦੇ ਤਸੀਹੇ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਜੇਕਰ ਤੁਸੀਂ ਗਲਤ ਟਰੈਵਲ ਏਜੰਟਾਂ ਦੇ ਚੱਕਰਾਂ ਵਿੱਚ ਫਸ ਜਾਂਦੇ ਹੋ। ਪਰ ਅੱਜ ਵੀ ਤੁਹਾਡੀ ਕਹਾਣੀ ਸੁਣਨ ਤੋਂ ਬਾਅਦ ਵੀ ਕਈ ਅਜਿਹੇ ਲੋਕ ਹੋਣਗੇ ਜਿਹੜੇ ਬਾਹਰ ਜਾਣ ਦੇ ਚਾਹਵਾਨ ਹੋਣਗੇ ਔਰ ਅਜਿਹੇ ਕਹਾਣੀਆਂ ਨੂੰ ਸਿਰਫ ਉਹ ਕਹਾਣੀ ਹੀ ਸਮਝ ਲੈਂਦੇ ਨੇ, ਪਰ ਇਸ ਨੂੰ ਜਦੋਂ ਉਹਨਾਂ ਤੇ ਆਪ ਬੀਤਦੀ ਹੈ ਤਾਂ ਹੀ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਸੱਟ ਕਿੰਨੀ ਡੂੰਘੀ ਵੱਜਦੀ ਹੈ। ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅੱਜ, ਉਹਨਾਂ ਨੌਜਵਾਨਾਂ ਨੂੰ, ਉਹਨਾਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ? ਮੇਰੀ ਤਾਂ ਸਰ ਇਹੀ ਬੇਨਤੀ ਹੱਥ ਬੰਨ ਕੇ ਕਿ ਬਸ ਅਰਬ ਕੰਟਰੀ ਦੇ ਵਿੱਚ ਕੋਈ ਕੁੜੀ ਨਾ ਜਾਵੇ, ਕਿਸੇ ਏਜੰਟ ਦੇ ਮਗਰ ਨਾ ਲੱਗੇ, ਆਪਣਾ ਪੈਸਾ ਨਾ ਬਰਬਾਦ ਕਰੇ। ਉਧਰ ਬਹੁਤ ਕੁਛ ਹੁੰਦਾ ਏ, ਮਾਰਦੇ ਆ, ਕੁੱਟਦੇ ਆ। ਮੇਰੀ ਤਾਂ ਇਹੀ ਹੱਥ ਬੰਨ ਕੇ ਬੇਨਤੀ ਹੈ ਕਿ ਅਰਬ ਕੰਟਰੀ ਦੇ ਵਿੱਚ ਕੋਈ ਕੁੜੀ ਨਾ ਜਾਵੇ। ਬਿਲਕੁਲ, ਔਰ ਟਰੈਵਲ ਏਜੰਟਾਂ ਦੇ ਚੱਕਰਾਂ ਦੀ ਇਹ ਸੱਚੀ ਦਾਸਤਾਨ ਹੈ ਕਮਲਜੀਤ ਕੌਰ ਜੀ ਦੀ, ਜਿਨ੍ਹਾਂ ਨੇ ਆਪਣੀ ਹੱਡਬੀਤੀ ਅੱਜ ਚੜ੍ਹਦੀ ਕਲਾ ਟਾਈਮ ਟੀਵੀ ਦੇ ਜ਼ਰੀਏ ਉਹਨਾਂ ਤਮਾਮ ਲੋਕਾਂ ਨੂੰ ਸੁਣਾਈ ਹੈ ਜੋ ਕਿ ਬਾਹਰ ਜਾਣ ਦੇ ਚਾਹਵਾਨ ਨੇ, ਪਰ ਬਾਹਰ ਜਾ ਕੇ ਕਿਸ ਤਰ੍ਹਾਂ ਦੀ ਉਹਨਾਂ ਦੀ ਆਓ ਭਗਤ ਹੁੰਦੀ ਹੈ ਇਹ ਕਮਲਜੀਤ ਕੌਰ ਜੀ ਨੇ ਸਾਫ਼ ਤੌਰ ਤੇ ਦੱਸ ਦਿੱਤਾ ਹੈ ਕਿ ਸਿਰਫ ਤਸੀਹੇ ਹੀ ਸਹਿਣੇ ਪੈਂਦੇ ਨੇ,
ਜੇਕਰ ਤੁਸੀਂ ਗਲਤ ਟਰੈਵਲ ਏਜੰਟਾਂ ਦੇ ਚੱਕਰਾਂ ਵਿੱਚ ਫਸ ਜਾਓ। ਪਰ ਜੇਕਰ ਤੁਸੀਂ ਇਸ ਸਮੇਂ ਵੀ ਸਾਡਾ ਪ੍ਰੋਗਰਾਮ ਕਿਸੇ ਬਾਹਰਲੇ ਮੁਲਕ ਵਿੱਚ ਦੇਖ ਰਹੇ ਹੋ ਔਰ ਤੁਹਾਨੂੰ ਮਦਦ ਦੀ ਦਰਕਾਰ ਹੈ ਤਾਂ ਅਨੇਕ ਰਤਾਵਾ ਹੈਲਪਲਾਈਨ ਕੈਨੇਡਾ ਤੋਂ ਤੁਸੀਂ ਜਾ ਸਕਦੇ ਹੋ, ਉੱਥੇ ਲੌਗਇਨ ਕਰ ਸਕਦੇ ਹੋ ਔਰ ਇਹਨਾਂ ਦੇ ਨੰਬਰਸ ਵੀ ਫੇਸਬੁੱਕ ਤੇ YouTube ਤੇ ਬਕਾਇਦਾ ਦਿੱਤੇ ਗਏ ਨੇ। ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਸਾਡੇ ਟੀਵੀ ਚੈਨਲਸ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਸੀਂ ਇਹਨਾਂ ਤੱਕ ਤੁਹਾਡੀ ਦਾਸਤਾਨ ਜ਼ਰੂਰ ਦੱਸਾਂਗੇ ਤਾਂ ਜੋ ਤੁਸੀਂ ਆਪਣੇ ਪਰਿਵਾਰ ਵਿੱਚ ਹੱਸਦੇ ਖੇਡਦੇ ਪਹੁੰਚ ਸਕੋ। ਸੋ ਪਰਮਪਾਲ ਜੀ ਬਹੁਤ ਬਹੁਤ ਸ਼ੁਕਰੀਆ ਔਰ ਬਹੁਤ ਹੀ ਨੇਕ ਤੁਸੀਂ ਕੰਮ ਕਰ ਰਹੇ ਹੋ, ਇਸ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ। ਔਰ ਕਮਲਜੀਤ ਕੌਰ ਜੀ ਤੁਹਾਨੂੰ ਵੀ ਅਸੀਂ ਵਧਾਈ ਜ਼ਰੂਰ ਦੇਵਾਂਗੇ, ਤੁਸੀਂ ਵਾਪਿਸ ਤੁਸੀਂ ਆਪਣੇ ਘਰ ਪਹੁੰਚ ਚੁੱਕੇ ਹੋ ਹੱਸਦੇ ਖੇਡਦੇ ਹੁਣ ਪਰਿਵਾਰ ਨਾਲ ਇੱਥੇ ਹੀ ਆਪਣਾ ਜੀਵਨ ਬਤੀਤ ਕਰਨ ਦੀ ਸੋਚੋ। ਅਤੇ ਜੇਕਰ ਤੁਸੀਂ ਬਾਹਰ ਜਾਣਾ ਵੀ ਹੈ, ਹਾਲੇ ਵੀ ਜੇਕਰ ਤੁਸੀਂ ਸੋਚਦੇ ਹੋ ਕਿ ਬਾਹਰ ਜਾ ਕੇ ਤੁਹਾਡਾ ਉਜਵਲ ਭਵਿੱਖ ਰਹੇਗਾ, ਬਿਹਤਰ ਭਵਿੱਖ ਰਹੇਗਾ, ਤਾਂ ਸਾਡੀ ਬੇਨਤੀ ਹੈ ਕਿ ਤੁਸੀਂ ਲਾਇਸੈਂਸ ਜਿਹੜੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਟਰੈਵਲ ਏਜੰਟ ਨੇ ਉਹਨਾਂ ਦੇ ਜ਼ਰੀਏ ਹੀ ਤੁਸੀਂ ਬਾਹਰ ਜ਼ਰੂਰ ਜਾਓ। ਫਿਲਹਾਲ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਇਸ ਖਾਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦੇ ਲਈ, ਆਪਣੀ ਦਾਸਤਾਨ ਦੱਸਣ ਦੇ ਲਈ। ਸੋ ਇਹ ਸੀ ਸਾਡਾ ਖਾਸ ਪ੍ਰੋਗਰਾਮ ਨਜ਼ਰੀਆ ਔਰ ਅੱਜ ਦਾ ਨਜ਼ਰੀਆ ਬੇहद ਅਹਿਮ ਸੀ ਕਮਲਜੀਤ ਕੌਰ ਜੀ ਦੀ ਜ਼ਬਾਨੀ, ਕਿਉਂਕਿ ਉਹਨਾਂ ਦੀ ਹੱਡ ਬੀਤੀ ਹੈ ਤੁਹਾਡੇ ਤੱਕ ਪਹੁੰਚਾਣੀ ਬਹੁਤ ਜ਼ਰੂਰੀ ਸੀ। ਕਿਉਂਕਿ ਅੱਜ ਦੇ ਸਮੇਂ ਵੀ ਅਜਿਹੇ ਕਈ ਲੋਕ ਮੌਜੂਦ ਨੇ ਜੋ ਕਿ ਬਾਹਰ ਜਾਣ ਦੇ ਸੁਪਨੇ ਤਾਂ ਵੇਖਦੇ ਨੇ ਅਤੇ ਫਿਰ ਟਰੈਵਲ ਏਜੰਟਾਂ ਦੀ ਬਿਨਾਂ ਛਾਣਬੀਣ ਕੀਤਿਆਂ ਹੀ ਉਹਨਾਂ ਤੇ ਭਰੋਸਾ ਕਰ ਬੈਠਦੇ ਨੇ, ਲੱਖਾਂ ਰੁਪਏ ਗਵਾ ਬੈਠਦੇ ਨੇ ਅਤੇ ਫਿਰ ਹੱਥ ਵਿੱਚ ਕੁਝ ਵੀ ਨਹੀਂ ਆਉਂਦਾ ਤੇ ਸਿਰਫ ਚੁੰਡੀ ਭਰ ਜਿਹੜਾ ਹੈਗਾ, ਚੁਟਕੀ ਭਰ ਜਿਹੜਾ ਮਿੱਟੀ ਭਰ ਉਹਨਾਂ ਨੂੰ ਮਿਲਦੀ ਹੈਗੀ ਆ ਤੇ ਫਿਰ ਹੱਥ ਮਲਦੇ ਜਾਂਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਤੁਸੀਂ ਵੇਖੋ ਖਾਸ ਪ੍ਰੋਗਰਾਮ ਨਜ਼ਰੀਆ। ਧੰਨਵਾਦ।